ਪਿਆਰੇ ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਇਹ ਸ਼ੋਅ ਦੇ ਵਿੱਚ ਸਾਡੇ ਨਾਲ ਉੱਘੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ। ਉਹਨਾਂ ਨਾਲ ਡਿਸਕਸ ਕਰਾਂਗੇ ਕਿ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ। ਪੰਜਾਬ ਦੀ ਚੁਣਾਵੀ ਸਿਆਸਤ ਦੇ ਵਿੱਚ ਅੱਜ ਕੁਝ ਤਬਦੀਲੀਆਂ ਹੋਈਆਂ। ਕਾਂਗਰਸ ਦੇ ਦੋ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਿਹ ਜੰਗ ਬਾਜਵਾ ਤੇ ਇੱਕ ਕਾਂਗਰਸ ਵਿਧਾਇਕ ਉਹਨਾਂ ਦੇ ਨਾਲ ਲੱਗਵੇਂ ਹਲਕੇ ਤੋਂ ਜਿਹੜੇ ਬਲਵਿੰਦਰ ਸਿੰਘ ਲਾਡੀ, ਉਹ ਦੋਨੇ ਅੱਜ ਭਾਜਪਾ ਦੇ ਰੰਗ ਵਿੱਚ ਰੰਗੇ ਗਏ, ਦੋਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਜਿੱਥੋਂ ਤੱਕ ਫਤਿਹ ਜੰਗ ਬਾਜਵਾ ਦਾ ਸਬੰਧ ਹੈਗਾ, ਉਹਨਾਂ ਦੇ ਵੱਡੇ ਭਰਾ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਦਾ ਚੇਅਰਮੈਨ ਬਣਾਤਾ ਤੇ ਉਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਐਲਾਨ ਕੀਤਾ ਕਿ ਉਹ ਇਸ ਵਾਰ ਜਿਹੜਾ ਕਾਦੀਆਂ ਹਲਕੇ ਤੋਂ ਚੋਣ ਲੜਨਗੇ ਤੇ ਉਹਨਾਂ ਦੇ ਭਰਾ ਛੋਟੇ ਕਿੱਧਰ ਜਾਣਗੇ ਜਿਹੜੇ ਪਹਿਲਾਂ ਉੱਥੋਂ ਦੇ ਸਿਟਿੰਗ MLA ਨੇ। ਉਹਨਾਂ ਕਿਹਾ ਜੀ ਉਹਦੇ ਬਾਰੇ ਤਾਂ ਹੁਣ ਵਾਹਿਗੁਰੂ ਜਾਣਦਾ, ਮੈਂ ਤਾਂ ਕੁਝ ਨਹੀਂ ਕਹਿ ਸਕਦਾ ਵੀ ਉਹ ਕਿੱਥੇ ਜਾਣਗੇ। ਸੋ ਅਲਟੀਮੇਟਲੀ ਫਤਿਹ ਜੰਗ ਬਾਜਵਾ ਤੇ ਜਿਹੜਾ ਇਹ ਬਲਵਿੰਦਰ ਲਾਡੀ ਹੈ, ਉਹ ਅੱਜ ਫਿਰ ਦੋਨੇ ਕਾਂਗਰਸ ਦੇ ਵਿਧਾਇਕ ਜਿਹੜੇ ਆ ਉਹ BJP ਦੇ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਦੀ ਸਿਆਸਤ ਹੋ ਗਈ ਹੈ। ਤੇ ਦੂਜੇ ਪਾਸੇ ਜਿਹੜੇ ਕੱਲ ਜਿਹੜੀਆਂ ਨਗਰ ਨਿਗਮ ਚੋਣਾਂ ਹੋਈਆਂ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਨੂੰ 14 ਸੀਟਾਂ ਮਿਲੀਆਂ। ਭਾਵੇਂ ਕਿ ਵੋਟ ਪਰਿਸ਼ਦ ਦੇ ਵੱਲ ਨਿਗਾਹ ਮਾਰੀ ਜਾਵੇ ਤਾਂ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਪਈਆਂ, ਪਰ ਜਿਹੜੀਆਂ ਸੀਟਾਂ ਦੇ ਮਾਮਲੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਉਹ ਅੱਗੇ ਨਿਕਲ ਗਈ, ਉਹਨੂੰ 14 ਮਿਲ ਗਈਆਂ, ਜਿਹੜੀ ਭਾਜਪਾ ਉਹਨੂੰ 12 ਤੇ ਕਾਂਗਰਸ ਨੂੰ 8। ਇਸ ਤਰੀਕੇ ਦਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਦਾਅਵੇ ਕਰ ਰਹੇ ਕਿ ਜੋ ਚੰਡੀਗੜ੍ਹ ਦੇ ਵਿੱਚ ਹੋਇਆ, ਜਿੰਨੇ ਵੋਟਾਂ ਪਈਆਂ ਉਹਦਾ ਅਸਰ ਪੰਜਾਬ ਦੇ ਵਿੱਚ ਪਏਗਾ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਹਨਾਂ ਨੂੰ ਲੀਡ ਮਿਲ ਜਾਏਗੀ। ਸੋ ਇਸ ਸਿਆਸਤ ਬਾਰੇ ਚਰਚਾ ਕਰਦੇ ਵੀ ਚੰਡੀਗੜ੍ਹ ਦਾ ਕਿੰਨਾ ਕੁ ਅਸਰ ਪਏਗਾ। ਚੰਡੀਗੜ੍ਹ ਦੇ ਵਿੱਚ ਇਹ ਪਤਾ ਨਹੀਂ ਅਜੇ ਕਿ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣੇਗਾ ਜਾਂ ਕਿਸੇ ਹੋਰ ਦਾ ਬਣੇਗਾ। ਓਬਵੀਅਸਲੀ ਭਾਜਪਾ ਦਾ ਹੋ ਸਕਦਾ, ਮਤਲਬ ਕਿਸ ਕਿਸਮ ਦੀ ਸਿਆਸਤ ਹੋਏਗੀ। ਸੋ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਵੀ ਜਿਹੜੇ ਕਾਂਗਰਸ ਦੇ ਦੋ ਵਿਧਾਇਕ ਨੇ ਅੱਜ ਭਾਜਪਾ 'ਚ ਸ਼ਾਮਲ ਹੋਏ, ਇਹ ਵਰਤਾਰਾ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਇਆ, ਇਹ ਕਿੱਥੇ ਜਾ ਕੇ ਰੁਕੇਗਾ ਕਿ ਅਗਲੇ 10-15 ਦਿਨਾਂ 'ਚ ਹੋਰ ਮਤਲਬ ਟੁੱਟ ਭੱਜ ਹੋਏਗੀ? ਡਾਕਟਰ ਸਾਹਿਬ। ਜੰਮੂ ਜੀ, ਤੁਸੀਂ ਠੀਕ ਹੈ ਕਿ ਅੱਜ ਸਾਡੀ ਜਿਹੜੀ ਸਿਆਸਤ ਹੈ ਉਹਦੇ 'ਚ ਟੁੱਟ ਭੱਜ ਹੋਣ ਕਰਕੇ ਸਾਨੂੰ ਦੇਖਣਾ ਪੈ ਰਿਹਾ ਵੀ ਜਾਊ ਕਿੱਧਰ ਨੂੰ। ਹਾਂਜੀ। ਤੇ ਅੱਜ ਸਾਡਾ ਜਿਹੜਾ ਸਿਆਸਤਦਾਨ ਹੈ, ਕਈ ਵਾਰੀ ਵੀ ਮੈਂ ਪਹਿਲਾਂ ਵੀ ਕਿਹਾ, ਪਤਾ ਨਹੀਂ ਕਿਉਂ ਇੰਨੀ ਉਮਰ ਤੱਕ ਆ ਕੇ ਸਿਆਸਤ ਕਿਤੇ ਨਾ ਕਿਤੇ ਸਾਡੇ ਥੱਲੇ ਨੂੰ ਰੁੜੀ ਗਈ ਹੁੰਦਾ। ਵੀ ਕਦੇ ਠੁੰਮਣਾ ਲੱਗ ਜਾਂਦਾ ਹੈ, ਅੜਕ ਜਾਂਦੀ ਹੈ, ਕੋਈ ਚੀਜ਼ ਰੁੜਦੀ ਵੀ ਅੜਕ ਜਾਂਦੀ ਹੈ, ਬੇਜਾਨ ਚੀਜ਼ ਵੀ। ਸਿਆਸਤ ਨੇ ਜਾਨ ਬਣਾਤਾ ਕਿ ਹੁਣ ਉਹ ਥੱਲੇ ਨੂੰ ਰੁੜਦੀ ਜਾਂਦੀ ਹੈ। ਹਰ ਇੱਕ ਬੰਦਾ ਇੱਕ ਟਿਕਟ ਦਾ ਚਾਹਵਾਨ ਹੈ। ਜੇ ਉਹਨੂੰ ਟਿਕਟ ਨਹੀਂ ਮਿਲਦਾ, ਉਹ ਕਿਸੇ ਵੀ ਪਾਰਟੀ 'ਚ ਜਾਣ ਨੂੰ ਤਿਆਰ ਹੈ, ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਹੈ। ਉਹਨੂੰ ਜਰਾ ਜਿੰਨੀ ਵੀ ਝਿਜਕ ਨਹੀਂ ਹੈ। ਉਹਦੇ ਵਾਸਤੇ ਜਿੰਨਾ ਚਿਰ ਇੱਕ ਪਾਰਟੀ 'ਚ ਉਹਨਾਂ ਚਿਰ ਦੂਜੀ ਪਾਰਟੀ ਉਹਨੂੰ ਫਿਰਕਾ ਪ੍ਰਸਤ ਲੱਗਦੀ ਹੈ ਤੇ ਜਿੱਦੇ ਉਹ ਉਸ 'ਚ ਜਾ ਰਹਿੰਦਾ ਉਦੇ ਉਹਦੀ ਫਿਰਕਾ ਪ੍ਰਸਤੀ ਖਤਮ ਹੋ ਜਾਂਦੀ ਹੈ। ਇੱਦਾਂ ਜਦੋਂ ਉਹ ਇੱਕ ਪਾਰਟੀ 'ਚ ਤਾਂ ਦੂਜੀ ਪਾਰਟੀ ਨੂੰ ਲੱਗਦਾ ਵੀ ਉਹ ਕਰਪਟ ਪਾਰਟੀ ਹੈ, ਤੇ ਜਿੱਦੇ ਉਹਨਾਂ 'ਚ ਰਲ ਜਾਂਦਾ ਉਦੇ ਉਹਨਾਂ ਨੂੰ ਲੱਗਦਾ ਵੀ ਤਾਂ ਹੁਣ ਗੰਗਾ ਨਾਲ ਆ ਇਹਨੇ ਤਾਂ, ਕਿਉਂਕਿ ਡਾਕਟਰ ਸਾਹਿਬ ਇਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਵੀ ਮਾੜੀ ਮੋਟੀ ਸੰਗ ਸ਼ਰਮ ਵਾਲਾ ਵੀ ਕੰਮ ਨਹੀਂ ਰਹਿ ਗਿਆ। ਮਾਇਆ ਤੇ ਗੰਗਾ ਨਾਲ ਆ। ਸੋ ਜਿਹੜਾ ਮਾੜਾ ਮੋਟਾ ਆਈਡੀਓਲੋਜੀ ਖਤਮ ਹੋ ਗਈ, ਵਿਚਾਰਧਾਰਾ ਖਤਮ ਹੈ, ਪਾਰਟੀ ਦਾ ਅਨੁਸ਼ਾਸਨ ਖਤਮ ਹੈ, ਤੇ ਕੋਈ ਸੰਗ ਸ਼ਰਮ ਹੀ ਨਹੀਂ, ਬਲਕਿ ਉਲਟ ਗੱਲ ਹੈ। ਅੱਜ ਇਹਨਾਂ ਨੂੰ, ਕੱਲ ਨੂੰ ਇਹਨਾਂ ਨੂੰ ਐਂ ਲੱਗੇ ਵੀ ਹੁਣ ਕਾਂਗਰਸ ਚ ਆ ਕੇ ਫਾਇਦਾ, ਫਿਰ ਮੁੜ ਕੇ ਆ ਜਾਣਗੇ, ਕਾਂਗਰਸ ਵੀ ਲਏਗੀ ਇਹਨਾਂ ਨੂੰ। ਇਦਾਂ ਹੀ BJP ਚੋਂ ਜੇ ਇਹਨਾਂ ਨੂੰ ਦੂਜੇ ਪਾਸੇ ਅਕਾਲੀ ਦਲ ਚ ਜਾਣ ਚ ਫਾਇਦਾ ਲੱਗੇਗਾ, ਉੱਥੇ ਵੀ ਚਪੂਸੀ ਮਾਰ ਸਕਦੇ ਨੇ, ਫਿਰ ਉਹ ਵੀ ਲੈਣਗੇ ਇਹਨਾਂ ਨੂੰ। ਸੋ ਕਿਸੇ ਕੋਲ ਕੋਈ ਰਿਹਾ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ, ਕਾਂਗਰਸ ਨੇ ਆਪ ਵਾਲੇ ਕਿੰਨੇ MLA ਲਏ ਔਰ ਉਹ ਛੱਡ ਕੇ ਗਏ, ਹਸ਼ਰ ਜੋ ਆਪਣੇ ਸਾਹਮਣੇ ਹੀ ਹੈ। ਇਦਾਂ ਹੀ ਜਿਹੜੇ BJP ਵਾਲੇ ਸੀਗੇ ਉਹ ਤਾਂ ਚਲੋ ਇੱਕ ਪ੍ਰਿੰਸੀਪਲ ਦੇ ਉੱਤੇ ਗਏ, ਆਪਣਾ ਜੋਸ਼ੀ ਸਾਹਿਬ ਅਕਾਲੀਆਂ ਦੇ ਨਾਲ, ਕਿ ਦੇਖੋ ਜੀ ਤੁਸੀਂ ਇਹ ਬਿੱਲਾਂ ਦੇ ਉੱਤੇ ਆ ਕੁਛ ਕਰ ਰਹੇ ਹੋ। ਕਾਫੀ BJP ਦੇ ਬੰਦੇ ਫਿਰ ਵੀ ਕਿਸੇ ਅਸੂਲ ਤੇ ਛੱਡ ਕੇ ਗਏ ਨੇ ਕਿ ਤੁਸੀਂ ਕਿਸਾਨੀ ਦੇ ਨਾਲ ਝਗੜਾ ਕਰ ਰਹੇ ਹੋ, ਇਹ ਸਾਨੂੰ ਮਨਜ਼ੂਰ ਨਹੀਂ ਹੈ। ਚਾਹੇ ਉਹਨਾਂ ਦੇ ਹੋਰ 100 ਕਾਰਨ ਹੋਣਗੇ, ਪਰ ਜਿਹੜਾ ਜ਼ਿਆਦਾ ਕਾਰਨ ਔਰ ਸੱਚੀ ਮੁੱਚੀ ਕਹਿ ਕੇ ਗਏ ਨੇ, ਇਹਨਾਂ ਕੋਲ ਤਾਂ ਕਾਰਨ ਉਹਨਾਂ ਨੇ ਤਾਂ ਉਦੋਂ ਤਾਂ ਉਹਨਾਂ ਨੂੰ ਟਿਕਟ ਦੀ ਵੀ ਕੋਈ ਉੱਡੀ ਵੱਡੀ ਅੰਦਰੋਂ ਹੋਵੇ ਜੋ ਮਰਜੀ, ਹੁਣ ਤਾਂ ਇਹਨਾਂ ਨੂੰ ਤਾਂ ਟਿਕਟ ਦੀ ਉਮੀਦ ਨਾਲ ਹੀ ਗਏ ਨਾ, ਕਿਉਂਕਿ ਇੱਥੇ ਕਹਿਤਾ ਕਾਂਗਰਸ ਨੇ ਵੀ ਅਸੀਂ ਇੱਕ ਪਰਿਵਾਰ 'ਚ ਇੱਕ ਟਿਕਟ ਦੇਵਾਂਗੇ। ਫਿਰ ਜੇ ਬਾਜਵਾ ਸਾਹਿਬ ਨੇ, ਵੱਡੇ ਬਾਜਵਾ ਸਾਹਿਬ ਨੇ ਇਹ ਫੈਸਲਾ ਕਰ ਲੈਂਦੇ ਵੱਡੇ ਭਰਾ ਨੇ ਵੀ ਟਿਕਟ ਤਾਂ ਮੈਂ ਲੈਣੀ ਹੈ,
ਤੇ ਫਿਰ ਇਹਨਾਂ ਦੀ ਟਿਕਟ ਤਾਂ ਕੱਟੀ ਹੋ ਜਾਣੀ ਸੀ। ਸੋ ਇਹਨਾਂ ਨੇ ਸੋਚਿਆ ਵੀ ਆਪਾਂ ਭਾਈ ਉੱਧਰ ਚਲੇ ਜਾਂਦੇ ਹਾਂ। ਸੋ ਪਰਿਵਾਰਾਂ ਦੇ ਵਿੱਚ ਰਾਜਨੀਤੀ ਰਹਿ ਗਈ ਹੈ। ਉਹ ਰਾਜਨੀਤੀ 'ਚ ਹਰੇਕ ਬੰਦਾ, ਪੁਰਾਣੇ ਰਾਜਿਆਂ ਦੇ ਵੀ ਕਤਲ ਹੁੰਦੇ ਰਹੇ ਨੇ, ਭਰਾ ਦੇ ਮੁਹੰਮਦਨ ਦੇ ਵਿੱਚ ਔਰੰਗਜ਼ੇਬ ਕਿਵੇਂ ਰਾਜਾ ਬਣਿਆ ਸੀ। ਸੋ ਇਹ ਜਿਹੜਾ ਹੈਗਾ ਹੁਣ ਰਾਜਨੀਤੀ 'ਚ ਪਰਿਵਾਰਾਂ ਦੀ ਰਾਜਨੀਤੀ ਹੋਣ ਕਰਕੇ ਗਾਹਾਂ ਪਰਿਵਾਰਾਂ ਦਾ ਆਪਦਾ ਵੀ ਬਖੇੜਾ ਪੈਣ ਲੱਗ ਗਿਆ। ਉਹ ਕਹਿੰਦਾ ਮੈਂ ਰਹਾ, ਉਹ ਕਹਿੰਦਾ ਮੈਂ ਰਹਾ। ਝਗੜੇ ਤਾਂ ਹੁੰਦੀ ਨੇ ਲੋਕਾਂ ਦੇ, ਵਪਾਰਾਂ 'ਚ ਕੀ ਝਗੜੇ, ਵਪਾਰ 'ਚ ਝਗੜਾ ਪੈਂਦਾ ਹੀ ਪੈਂਦਾ। ਸੋ ਇਹੀ ਵਪਾਰ ਹੈ ਹੁਣ ਰਾਜਨੀਤੀ, ਤੇ ਇਹ ਮੰਦਭਾਗੀ ਹੈ ਪੰਜਾਬ ਵਾਸਤੇ। ਬੜਾ ਦੁਖਾਂਤ ਹੈ ਇਸ ਦਾ ਕਿ ਵੀ ਇਹੋ ਜਿਹੀ ਰਾਜਨੀਤੀ ਆ ਗਈ ਕਿ ਕਿਸੇ ਨੂੰ ਕੋਈ ਬੰਨ ਸੁਭ ਹੈ ਨਹੀਂ। ਸੋ ਇਹਦਾ ਇੱਕ ਉਮੀਦ ਸੀਗੀ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੀ ਉਹਦੀ ਸਟਰਗਲ ਚ ਆਈ ਸੀ ਵੀ ਭਾਈ ਆਪਦਾ ਏਕਾ ਰੱਖੋ, ਸਿਆਸਤਦਾਨ ਨੂੰ ਸਵਾਲ ਕਰੋ ਤੇ ਕਿਸੇ ਹਾਂ ਪੱਖੀ ਏਜੰਡੇ ਵੱਲ ਨੂੰ ਲੋਕ ਤੁਰਨ। ਉਹ ਮੈਨੂੰ ਲੱਗਦਾ ਉਹਨੂੰ ਵੀ ਕਿਤੇ ਨਾ ਕਿਤੇ ਕੋਈ ਸਿਆਸਤ ਦੀਆਂ ਚਾਲਾਂ ਨੇ, ਕੁਛ ਆਪਦੀਆਂ ਲਾਲਸਾਵਾਂ ਨੇ, ਕੁਛ ਇੱਛਾਵਾਂ ਨੇ, ਕੁਛ ਕਿਤੇ ਨਾ ਕਿਤੇ ਆਲੇ ਦੁਆਲੇ ਦੇ ਪ੍ਰੈਸ਼ਰ ਨੇ, ਉਹਨਾਂ ਨੇ ਉਸ ਦੇ ਉੱਤੇ ਵੀ ਕਿਤੇ ਨਾ ਕਿਤੇ ਘਾਤ ਲਗਾਤੀ ਹੈ। ਤੇ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਇਸ ਵਕਤ ਉਹ ਤਾਂ ਕਾਫੀ ਗੰਦਲੇ 'ਚ ਹੈ, ਤੇ ਉਹ ਗੰਦਲੇ 'ਚੋਂ ਨਿਕਲਣ ਵਾਸਤੇ ਤਾਂ ਸਮਾਂ ਦੱਸੇਗਾ। ਅਜੇ ਤੱਕ ਉਹ ਗੰਦਲੇ 'ਚ ਆਇਆ, ਤੇ ਅਜੇ ਤੱਕ ਇਹ ਵੀ ਕਹਿਣਾ 5 ਮੋਰਚੇ ਬਣ ਚੁੱਕੇ ਨੇ ਹੁਣ ਸਾਡੇ ਸਾਹਮਣੇ ਚੋਣਾਂ 'ਚ। ਔਰ ਇਹ ਜਿਹੜੀ ਰਾਜ ਕਰਦੀ ਕੇਂਦਰ ਦੀ ਪਾਰਟੀ ਹੈ ਉਹਦਾ ਇੰਟਰਸਟ ਹੀ ਹੈ ਵੀ ਵੱਧ ਤੋਂ ਵੱਧ ਵੋਟਾਂ ਵੰਡੀਆਂ ਜਾਣ, ਤਾਂ ਕਿ ਜਿਹੜੇ ਵੰਡੀ ਫਲੋਟਿੰਗ ਵੋਟ ਹੈ ਉਹ ਲੈ ਕੇ ਉਹ ਕੁਛ ਨਾ ਕੁਛ ਆਪਦਾ ਨੱਕ ਨਮੂਦ ਦਿਖਾ ਸਕਣ ਵੀ ਇਹ ਦੇਖ ਲਓ ਕਿਸਾਨ ਐਵੇਂ ਸਾਡੇ ਖਿਲਾਫ ਰੌਲਾ ਪਾਉਂਦੇ ਸੀ, ਅਸੀਂ ਤਾਂ ਇੰਨੀਆਂ ਸੀਟਾਂ ਜਿੱਤਣੀਆਂ। ਡਾਕਟਰ ਸਾਹਿਬ ਇੱਕ ਗੱਲ ਮੈਂ ਤੁਹਾਡੇ ਕੋਲੋਂ ਇਸੇ ਪੁੱਛਣਾ ਚਾਹੁੰਦਾ, ਮੇਰਾ ਖਿਆਲ ਸ਼ਾਇਦ ਮੈਨੂੰ ਆਪ 30-35 ਸਾਲ ਹੋ ਗਿਆ ਚੋਣਾਂ ਨੂੰ ਦੇਖਦਿਆਂ ਹੋਇਆਂ, ਇਹ ਪਹਿਲੀ ਵਾਰੀ ਹੈ ਜਦੋਂ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਤੈਅ ਨਹੀਂਗਾ ਵੀ ਫੈਸਲਾ ਕੀ ਹੋਏਗਾ, ਲੋਕ ਕਿੱਧਰ ਨੂੰ ਜਾਣਗੇ। ਮੈਨੂੰ ਅਜੇ ਵੀ ਨਹੀਂ ਲੱਗਦਾ 10-15 ਦਿਨਾਂ ਤੱਕ ਅਜੇ ਤੱਕ ਕੋਈ ਕਲੈਰਿਟੀ ਹੋਵੇ, ਕੋਈ ਸਪਸ਼ਟਤਾ ਹੋਵੇ ਵੀ ਇਸ ਵਾਰੀ ਲੋਕ ਇਸ ਪਾਸੇ ਵੱਲ ਨੂੰ ਜਾ ਰਹੇ ਆ, ਕਾਂਗਰਸ, ਭਾਜਪਾ, ਅਕਾਲੀ ਦਲ ਇਸ ਦਾ ਗੱਠਜੋੜਾਂ ਨੂੰ ਹਰਾ ਕੇ ਕਿਸੇ ਹੋਰ ਗੱਠਜੋੜ ਵੱਲ ਨੂੰ ਜਾਣਗੇ। ਅਜੇ ਮਤਲਬ ਕਿਸੇ ਪਾਸੇ ਵੀ ਕੋਈ ਸਪਸ਼ਟਤਾ ਜਿਹੜੀ ਆ ਉਹ ਨਹੀਂ ਹੈਗੀ। ਉਹ ਮੇਰਾ ਖਿਆਲ ਸਿਆਸਤ ਦੇ ਵਿੱਚ ਆਇਆ ਰਾਮ ਗਿਆ ਰਾਮ ਦੀ ਜਿਹੜੀ ਤੇਜ਼ੀ ਆਈ ਹੈ ਇਸ ਕਰਕੇ ਸ਼ਾਇਦ ਹੈ। ਬਿਲਕੁਲ ਠੀਕ ਹੈ ਤੁਸੀਂ, ਸਿਆਸਤ ਦੇ ਵਿੱਚ ਆਇਆ ਰਾਮ ਗਿਆ ਰਾਮ ਦੀ ਤੇਜ਼ੀ ਕਰਕੇ ਵੀ ਹੈ। ਦੂਜੀ ਗੱਲ, ਇੱਕ ਪਾਰਟੀ ਦੇ ਬਾਰੇ ਪਹਿਲਾਂ ਥੋੜੀ ਜਿਹੀ ਕਲੈਰਿਟੀ ਕਿਸਾਨ ਮੋਰਚੇ ਦੇ ਦੌਰਾਨ ਬਣ ਰਹੀ ਸੀ, ਉਹ ਸੀਗੀ ਕੇਂਦਰ 'ਚ ਰਾਜ ਕਰਦੀ ਪਾਰਟੀ, ਕਿ ਉਹਦੇ ਨਾਲ ਨਹੀਂ ਲੋਕ ਜਾਣਗੇ, ਕਿਉਂਕਿ ਉਹਨਾਂ ਤੋਂ ਬਾਹਰ ਨਿਕਲਣਾ ਬੰਦ ਕਰਤਾ ਸੀ। ਔਰ ਉਹ ਡਾਂਗ ਚੱਕ ਕੇ ਲੜਨ ਵੀ ਕੋਸ਼ਿਸ਼ ਕਰਦੇ ਸੀ, ਪਰ ਉਹਨਾਂ ਨੂੰ ਡਾਂਗ ਤਾਂ ਇੰਨੀ ਚੱਕੀ ਨਹੀਂ ਨਾ ਜਾ ਸਕਦੀ। ਆਪਾਂ ਨੂੰ ਪਤਾ ਹੀ ਹੈ ਜੈ ਜੀ ਉਹਦੀ ਬੈਕਗਰਾਊਂਡ ਹੈ ਵੀ ਕਿੰਨੀ ਕੁ ਡਾਂਗ ਚੱਕ ਲੈਣਗੇ। ਉਹ ਤਾਂ ਜਵਾਨ ਦੇ ਨਾਲ ਹੀ ਬਹੁਤਾ ਉੱਚੀ ਨੀਵਾਂ ਬੋਲਦੇ ਸੀਗੇ, ਤੇ ਉਹਦੇ ਵਿੱਚ ਵੀ ਉਹਨਾਂ ਨੂੰ ਵਾਪਸ ਆਉਣਾ ਪੈਂਦਾ ਸੀ। ਸੋ ਇਸ ਕਰਕੇ ਉਦੋਂ ਫਿਰ ਵੀ ਇੰਨੀ ਕੁ ਜ਼ਰੂਰ ਸੀ ਵੀ 3 ਪਾਰਟੀਆਂ ਦੇ ਵਿੱਚ ਆਪਸ ਵਿੱਚ ਭੇੜ ਹੋਣਾ ਹੈ, ਤੇ ਤਿੰਨਾਂ ਦੀ ਇੱਕ ਅਸੈਸਮੈਂਟ ਸੀ ਮੋਟੀ ਜੀ ਵੀ ਇਹਦੇ ਕੋਲ ਇੰਨੀ ਵੋਟ ਹੈ, ਇਹਦੇ ਕੋਲ ਇੰਨੀ ਹੈ, ਇਹਦੇ ਕੋਲ ਇੰਨੀ ਹੈ, ਆਹ ਫਲੋਟਿੰਗ ਵੋਟ ਹੈ, ਕਿੱਧਰ ਨੂੰ ਜਾਊਗੀ। ਜਦ ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਉਹਨਾਂ ਦੇ ਨਾਲ ਸਾਂਝ ਪਾਉਣ ਦੀ ਗੱਲ ਕਰਤੀ ਬੀਜੇਪੀ ਦੇ ਨਾਲ, ਤੇ ਉਧਰੋਂ ਜਿਹੜਾ ਸੀਗਾ ਆਪਣਾ ਢੀਂਡਸਾ ਸਾਹਿਬ ਦਾ ਗਰੁੱਪ, ਜਿਹੜੇ ਪਹਿਲਾਂ ਕਹਿੰਦੇ ਸੀ ਕਿਸਾਨੀ ਮੋਰਚੇ ਦੇ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲ ਗਿਆ ਉਧਰ ਜਾਣ, ਤਾਂ ਉਹਦੇ ਨਾਲ ਇੱਕ ਚੌਥੀ ਧਿਰ ਖੜੀ ਹੋ ਗਈ, ਇੱਕ ਹੁਣ 5ਵੀਂ ਧਿਰ ਖੜੀ ਹੋ ਗਈ, ਜਿਹੜੇ ਕਿਸਾਨਾਂ ਨੇ SSM ਬਣਾ ਲਿਆ, ਸੰਯੁਕਤ ਸਮਾਜ ਮੋਰਚਾ। ਸੋ ਸੰਯੁਕਤ ਸਮਾਜ ਮੋਰਚਾ SKM ਦੀ ਬਜਾਏ SSM, ਯਾਨੀ ਕਿ ਬਸ ਕੇ ਹੀ ਕੱਟੀ ਹੈ, ਕੇ ਦੀ ਥਾਂ ਤੇ ਇਸ ਤਰ੍ਹਾਂ ਹੀ ਹੈ। ਸੋ ਉਹ ਜਿਹੜਾ ਹੈਗਾ ਉਹ ਵੀ ਆਪਣੇ ਆਪ 'ਚ ਇੱਕ ਧਿਰ ਹੈ, ਉਹਨੂੰ ਅਸੀਂ ਘਟਾ ਕੇ ਨਹੀਂ ਦੇਖ ਸਕਦੇ, ਉਹਦੀ ਤਾਕਤ ਹੈ। ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ, ਇੱਕ ਪਹਿਲਾਂ ਗੱਲਾਂ ਚੱਲੀਆਂ ਸੀਗੀਆਂ ਕਿ ਸੰਯੁਕਤ ਸਮਾਜ ਮੋਰਚਾ ਪਲੱਸ ਜਿਹੜੀ ਆਮ ਆਦਮੀ ਪਾਰਟੀ, ਇਹਨਾਂ ਦਾ ਕੋਈ ਗੱਠਜੋੜ ਹੋ ਜਾਏਗਾ, ਇਹਨਾਂ ਦੇ ਵਿੱਚ ਕੋਈ ਅੰਡਰਸਟੈਂਡਿੰਗ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ। ਪਰ ਜੋ ਅੱਜ ਦਾ ਸੀਨ ਹੈ, ਮਤਲਬ ਆਪ ਨੇ 15 ਹੋਰ ਸੀਟਾਂ ਅਨਾਉਂਸ ਕਰਤੀਆਂ, ਕੁੱਲ ਹੁਣ ਤੱਕ 88 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ, ਤੇ ਇਸ ਵੇਲੇ ਜਿਹੜਾ 12 ਤੇ 17 29 ਸੀਟਾਂ ਹੀ ਰਹਿ ਗਈਆਂ। ਇਹਦੇ ਨਾਲ ਸਮਾਜਵਾਦ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹਦੀ ਐਡਜਸਟਮੈਂਟ ਹੋ ਜਾਏਗੀ ਆਪ ਨਾਲ ਕਿਸੇ ਤਰੀਕੇ ਨਾਲ? ਨਹੀਂ, ਦੇਖੋ ਜਿੱਥੋਂ ਤੱਕ SSM ਦੀ ਹੈ ਉਹਨੂੰ ਕਿਸੇ ਪਾਰਟੀ ਨਾਲ ਐਡਜਸਟਮੈਂਟ ਕਰਨਾ ਤਾਂ ਵੈਸੇ ਹੀ ਠੀਕ ਨਹੀਂ ਲੱਗੇਗਾ। ਉਹ ਤਾਂ ਬਿਲਕੁਲ ਹੀ ਫਿਰ ਉਹਨਾਂ ਦਾ ਜਿਹੜਾ ਮਾੜਾ ਮੋਟਾ ਵੀ ਨੱਕ ਨਮੂਦਾ ਉਹ ਵੀ ਜਾਏਗਾ। ਉਹ ਮੈਨੂੰ ਨਹੀਂ ਲੱਗਦਾ ਵੀ ਉਹਦੇ 'ਚ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਸਮਝੌਤੇ ਦੀ ਗੱਲ ਹੈ। ਉਹਨਾਂ ਨੂੰ ਆਪਣੀ ਤਾਕਤ ਅਜਮਾਉਣ ਦੀ ਉਹ ਲੋੜ ਹੈ। ਉਹਨਾਂ ਨੂੰ ਇੱਕ ਜੇ ਸਿਆਸਤ 'ਚ ਵੀ ਉਹਨਾਂ ਨੂੰ ਦਿਖਾਉਣਾ, ਇੱਕ ਕਿਰਦਾਰ ਦਿਖਾਉਣਾ ਵੀ ਅਸੀਂ ਵੱਖਰੇ ਹਾਂ ਬਾਕੀਆਂ ਨਾਲੋਂ, ਦਿਖਾ ਲੈਣ, ਪਰ ਵੱਖਰੇ ਦਿਖਾਉਣ ਆਪਦੇ ਆਪ ਨੂੰ। ਜੇ ਉਹਨਾਂ ਦੇ ਨਾਲ ਰਲਦੇ ਨੇ ਤੇ ਫਿਰ ਮੈਨੂੰ ਉਹਨਾਂ ਦਾ ਤਾਂ ਆਪਾਂ ਪਿਛਲੇ 5 ਸਾਲ 'ਚ ਦੇਖ ਹੀ ਲਿਆ ਨਾ, 5 ਸਾਲ ਹੀ ਨਹੀਂ, ਪਹਿਲਾਂ 4 MP ਸੀਗੇ, 4ਾਂ ਦੇ ਵਿੱਚ ਇੱਕੋ ਹੀ ਬੋਲਦਾ ਰਿਹਾ, ਬਾਕੀ ਤਾਂ 3 ਤਾਂ ਇੱਕ ਤਾਂ BJP 'ਚ ਜਾ ਕੇ ਰਲ ਗਿਆ ਸੀ, ਇੱਕ ਆਪਦੇ ਘਰੋਂ ਹੀ ਚਲਾਉਂਦਾ ਸੀ, ਤੇ ਇੱਕ ਜਿਹੜਾ ਸੀ ਉਹ ਆਫੀਸ਼ੀਅਲੀ ਇਹਨਾਂ ਨਾਲ ਸੀ, ਅਨਆਫੀਸ਼ੀਅਲੀ ਕੀ ਪਬਲਿਕਲੀ ਉਹ ਦੂਜੇ ਪਾਸੇ ਸੀ, BJP ਵਾਲੀ ਦਮ ਭਰਦਾ ਸੀ।
ਸੋ ਫਿਰ 20 ਐਮਐਲਏ ਦਿੱਤੇ, 2-3 ਵਾਰੀ ਐਲਓਪੀ ਬਦਲਣਾ ਪਿਆ, ਫਿਰ 10 ਉਹਨਾਂ ਚੋਂ ਟੁੱਟੀ ਗਏ, 5 ਤਾਂ ਉਹਨਾਂ ਚੋਂ 4-5 ਤਾਂ ਉਸ 'ਚ ਕਾਂਗਰਸ 'ਚ ਹੀ ਚਲੇ ਗਏ, ਤੇ ਉਹ ਕਾਂਗਰਸ ਨੇ ਵੀ ਉਹ ਕੱਢੇ ਨਹੀਂ। ਦੇਖੋ ਨਾ, ਸਪੀਕਰ ਨੇ ਜਦ ਦਲ ਬਦਲੀ ਕਰ ਲਈ, ਦਲ ਬਦਲੀ ਕਾਨੂੰਨ ਉਹਨਾਂ ਤੇ ਲਾਗੂ ਹੁੰਦਾ ਹੈ, ਉਹ ਲਾਗੂ ਹੀ ਨਹੀਂ ਕਰਿਆ। ਸੋ ਇਸ ਤੋਂ ਇਹ ਇੱਕ ਸਿਆਸੀ ਗੰਧਲਾਪਨ ਸਿਆਸਤ ਦਾ, ਉਹਦੇ 'ਚ ਕਾਂਗਰਸ ਵੀ, ਉਹਦੇ 'ਚ ਆਪ ਵੀ, ਉਹਦੇ 'ਚ ਅਕਾਲੀ ਦਲ ਨੇ ਵੀ ਜ਼ੋਰ ਨਹੀਂ ਲਾਇਆ ਵੀ ਤੁਸੀਂ ਕਿਉਂ ਨਹੀਂ ਕੱਢਦੇ ਉਸ ਤਰੀਕੇ ਦਾ। ਹਾਂਜੀ ਹਾਂਜੀ। ਸੋ ਹੁਣ ਜਿਹੜਾ ਸਾਡੇ ਸਾਹਮਣੇ ਆ ਗਿਆ ਵੀ ਜਿਹੜਾ ਬਾਕੀ ਅਮਰਿੰਦਰ ਸਿੰਘ ਦਾ ਜੋ ਕੁਝ ਕਹਿਣਾ ਹੈ, ਤੇ ਉਹਦਾ ਬੀਜੇਪੀ ਨਾਲ ਸੰਯੁਕਤ, ਉਹਦਾ ਜਿਹੜਾ ਸੰਯੁਕਤ ਅਕਾਲੀ ਦਲ ਨਾਲ, ਜਾਂ ਉਹ ਢੀਂਡ ਸਾਹਿਬ ਦੇ ਗਰੁੱਪ ਨਾਲ, ਜਾਂ ਬ੍ਰਹਮਪੁਰਾ ਜੀ ਦਾ ਇੱਧਰ ਚਲੇ ਜਾਣਾ ਅਕਾਲੀਆਂ 'ਚ ਮੁੜ ਕੇ, ਉਹ ਤਾਂ ਚਲੋ ਰਵਾਇਤੀ ਪਾਰਟੀਆਂ ਨੇ, ਉਹਨਾਂ ਦੇ ਵਿੱਚ ਤਾਂ ਇਹੀ ਕੁਝ ਹੋਣਾ ਹੈ। ਪਰ ਜੇ ਇਹਨਾਂ ਸਾਰੀਆਂ, ਹੁਣ ਤਾਂ ਆਪ ਵੀ ਰਵਾਇਤੀ ਟਾਈਪ ਹੀ ਬਣ ਗਈ, ਕਿਉਂਕਿ ਜਾਣਾ ਆਉਣਾ ਤਾਂ ਉਹਨਾਂ 'ਚ ਵੀ ਬਹੁਤ ਸ਼ਾਮਲ ਹੋ ਗਿਆ ਨਾ, ਤੇ ਖਾਸ ਕਰਕੇ ਪੰਜਾਬ ਤਾਂ। ਸੋ ਇਸ ਕਰਕੇ ਮੈਨੂੰ ਹੁਣ ਐਂ ਲੱਗਦਾ ਹੈ ਵੀ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ, ਹਾਂਜੀ, ਉਸ ਨੂੰ ਆਪਦੀ ਇੱਕ, ਜੇ ਸਿਆਸਤ 'ਚ ਕੋਈ ਨਵੇਕਲੀ ਗੱਲ ਕਹਿਣੀ ਹੈ ਤਾਂ ਦੱਸਣੀ ਪਊਗੀ ਵੀ ਭਾਈ ਅਸੀਂ ਨਵੇਕਲ ਹਾਂ, ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਅਸੀਂ ਲੋਕਾਂ ਨੂੰ ਪਾੜ ਕੇ ਰਾਜ ਨਹੀਂ ਕਰਦੇ, ਅਸੀਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਾਂ, ਅਸੀਂ ਕਹਿੰਦੇ ਆ ਵੀ ਲੋਕ ਸਾਨੂੰ ਪੁੱਛਣ ਸਵਾਲ, ਅਸੀਂ ਮੋਰਚੇ 'ਚ ਸਿਆਸਤਦਾਨਾਂ ਨੂੰ ਆਉਣ ਨਹੀਂ ਦਿੱਤਾ, ਹੁਣ ਅਸੀਂ ਆਪ ਸਿਆਸਤਦਾਨ ਬਣ ਗਏ, ਇਸ ਕਰਕੇ ਅਸੀਂ ਮੋਰਚੇ 'ਚ ਸਾਡੀ ਦੂਜੀ ਲੀਡਰਸ਼ਿਪ ਜਾਊ, ਸਾਡੀਆਂ ਜਥੇਬੰਦੀਆਂ ਦੀ, ਅਸੀਂ ਨਹੀਂ ਜਾਵਾਂਗੇ ਕਿਉਂਕਿ ਅਸੀਂ ਤਾਂ ਸਿਆਸਤਦਾਨ ਬਣ ਗਏ। ਕੋਈ ਕਹਿ ਸਕਦਾ ਵੀ ਨਹੀਂ ਇਹ ਲੀਡਰ ਸੀਗੇ, ਤੇ ਉਹ ਲੀਡਰ ਜੇ ਸੀਗੇ, ਲੀਡਰ ਤਾਂ ਅਕਾਲੀਆਂ ਦੇ ਵੀ ਹੈਗੇ ਸੀਗੇ, ਅਕਾਲੀ ਕਿਸਾਨ ਕੀ ਗਏ ਨਹੀਂ ਉੱਥੇ, ਅਕਾਲੀ ਲੀਡਰ ਤਾਂ ਨਹੀਂ ਨਾ ਗਏ। ਡਾਕਟਰ ਸਾਹਿਬ, ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ। ਇੱਕ ਗੱਲ ਮੇਰੀ, ਜਿਹੜਾ ਸੰਯੁਕਤ ਸਮਾਜ ਮੋਰਚਾ ਨਾ, ਉਹਦੇ ਇੱਕ ਆਗੂ ਨਾਲ ਹੋਈ ਅੱਜ, ਉਹਨੂੰ ਮੈਂ ਪੁੱਛਿਆ ਵੀ ਤੁਹਾਡੇ ਸਮਝੌਤੇ ਦਾ ਕੀ, ਉਹਨਾਂ ਨੇ 88 ਸੀਟਾਂ ਦਾ ਅਨਾਉਂਸ ਕਰਤੀਆਂ। ਉਹਨਾਂ ਦਾ ਕਹਿਣਾ ਸੀ ਵੀ ਜੇ ਸਾਡੀ ਡੋਮੀਨੈਂਸ ਨਹੀਂ ਹੋਏਗੀ, ਇਹ ਜਿਹੜਾ ਆਮ ਆਦਮੀ ਪਾਰਟੀ, ਤਾਂ ਸਾਡਾ ਸਮਝੌਤਾ ਨਹੀਂ ਹੋ ਸਕੇਗਾ। ਪਰ ਜਿੰਨੇ ਉਮੀਦਵਾਰ ਐਲਾਨ ਤੇ, ਇਹਦੇ ਤੋਂ ਬਾਅਦ ਡੋਮੀਨੈਂਸ ਵਾਲਾ ਤਾਂ ਮਾਮਲਾ ਖਤਮ ਹੋ ਗਿਆ। ਇਹਦਾ ਮਤਲਬ ਆਪ ਤੇ ਸੰਯੁਕਤ ਸਮਾਜ ਮੋਰਚਾ ਵੱਖ-ਵੱਖ ਤੌਰ ਤੇ ਚੋਣਾਂ ਲੜਨ ਵੱਲ ਅੱਗੇ ਵਧ ਰਹੇ ਜਾਪਦੇ ਆ। ਨਹੀਂ, ਮੈਂ ਤਾਂ ਇਸ ਗੱਲ ਦੇ ਉੱਤੇ ਵੈਸੀ, ਮੈਂ ਤਾਂ ਜੇ ਸੰਯੁਕਤ ਸਮਾਜ ਮੋਰਚੇ ਨੇ, ਐਸਐਸਐਮ ਨੇ ਆਪਦਾ ਨੱਕ ਨਮੂਦ ਰੱਖਣਾ, ਮੈਂ ਤਾਂ ਇਸ ਗੱਲ ਦੇ ਹੱਕ 'ਚ ਹੀ ਨਹੀਂ ਵੀ ਉਹਨਾਂ ਨੂੰ ਕਿਸੇ ਨਾਲ ਸਮਝੌਤਾ ਕਰਨਾ ਚਾਹੁੰਦੇ, ਕਿਉਂਕਿ ਰਵਾਇਤੀ ਪਾਰਟੀਆਂ ਦਾ ਤਾਂ ਅਸੀਂ ਦੇਖ ਲਿਆ ਨਾ। ਹਾਂਜੀ, ਜਿਹਨੇ 3 ਵਾਰੀ ਐਲਓਪੀ ਬਦਲਿਆ, ਜਿਨ੍ਹਾਂ ਨੇ ਆਪਦੇ 10 ਵਿਧਾਇਕ ਇੱਕ ਪਾਸੇ ਹੋ ਗਏ, ਉਹ ਫਿਰ ਉਹਨਾਂ 'ਚੋਂ ਹੀ ਗਾਹਾਂ ਕਈ ਗਰੁੱਪ ਬਣ ਗਏ। ਇੱਕ ਐਲਓਪੀ ਇਹਨਾਂ ਦਾ ਜਾ ਕੇ ਬੀਜੇਪੀ ਨਾਲ ਰਲ ਗਿਆ, ਇੱਕ ਐਲਓਪੀ ਜਾ ਕੇ ਇਹਨਾਂ ਦਾ ਕਾਂਗਰਸ ਨਾਲ ਰਲ ਗਿਆ, ਤੇ ਬਾਕੀ ਇਹਨਾਂ ਦੇ ਵਿਧਾਇਕ ਰਲ ਗਏ ਜਾ ਕੇ ਕਾਂਗਰਸ ਨਾਲ। ਉਸ ਪਾਰਟੀ ਨਾਲ ਇਹਨਾਂ ਦਾ ਸਮਝੌਤਾ ਕਰਨਾ, ਉਹ ਪਾਰਟੀ ਜਿੰਨੀ ਮਰਜ਼ੀ, ਹਾਲਾਂਕਿ ਉਹਨਾਂ ਦੇ ਵਿਧਾਇਕਾਂ ਦੇ ਉੱਤੇ ਕੋਈ ਦੋਸ਼ ਨਹੀਂ ਹੈ, ਜਿਹੜੇ ਰਲ ਗਏ ਉਹ ਵੀ, ਜਿਹੜੇ ਨਹੀਂ ਰਲੇ ਉਹਨਾਂ ਤੇ ਵੀ ਕੋਈ ਦੋਸ਼ ਨਹੀਂ ਹੈ ਵੀ ਉਹ ਕੋਈ ਪੈਸਿਆਂ ਦੀ ਗੜਬੜ ਹੋਵੇ ਜਾਂ ਕੋਈ ਹੋਰ ਹੋਵੇ, ਜਾਂ ਕਿਸੇ ਨੂੰ ਐਵੇਂ ਫਸਾਉਣ ਦੀ ਜਾਂ ਕਿਸੇ ਦੇ ਉੱਤੇ ਮੁਕੱਦਮਾ ਕਰਨ ਦੀ ਗੱਲ ਹੋਵੇ, ਉਹ ਵੱਖਰੀ ਗੱਲ ਹੈ। ਪਰ ਐਸਐਸਐਮ ਜਿਹੜਾ ਹੈ, ਉਹ ਤਾਂ ਇੱਕ ਕਲੀਨ ਪੋਲਿਟਿਕਸ ਦਾ ਨਾਰਾ ਲੈ ਕੇ ਆਇਆ। ਸੋ ਜਿਹੜਾ ਐਸਐਸਐਮ ਹੈ, ਉਹਨਾਂ ਦੇ ਚਲੋ ਆਗੂ ਨੇ ਤਾਂ ਜੋ ਵੀ ਕਿਹਾ, ਜੋ ਵੀ ਇਹ ਸਮਝੌਤੇ ਅੰਦਰੋਂ ਕਰਨਗੇ, ਉਹ ਤਾਂ ਵੱਖਰੀ ਗੱਲ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੂੰ ਤਾਂ ਆਪਦੀ ਇੱਕ ਵੱਖਰੀ ਨਿਆਰੀ ਪੋਲਿਟਿਕਸ ਦੇਣ ਦੀ ਲੋੜ ਹੈ। ਸਿਆਸਤ, ਉਹ ਸਿਆਸਤ ਕੀ ਹੈ? ਪਾਰਦਰਸ਼ੀ, ਜਵਾਬਦੇਹੀ ਵਾਲੀ, ਜ਼ਿੰਮੇਵਾਰੀ ਵਾਲੀ, ਪਰਿਵਾਰਵਾਦ ਤੋਂ ਬਾਹਰਲੀ। ਤੇ ਜੇ ਫਰਜ਼ ਕਰੋ ਐਸਐਸਐਮ ਦੇ ਵਿੱਚ ਵੀ ਇੱਕ ਪਰਿਵਾਰ ਦੇ 2-2 3-3 ਟਿਕਟਾਂ ਹੀ ਆ ਜਾਂਦੀਆਂ ਨੇ, ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ ਨਾ। ਜਾਂ ਜੇ ਉਹ ਪਿੰਡਾਂ ਦੇ ਵਿੱਚ ਜਾ ਕੇ ਉਦਾਂ ਹੀ ਕਹਿੰਦੇ ਨੇ ਵੀ ਇਹ ਜੀ ਅਸੀਂ ਕਿਸਾਨ ਆ, ਸਾਨੂੰ ਕਿਸਾਨੀ ਕਰਕੇ ਵੋਟ ਪਾਓ, ਅਸੀਂ ਸਿੱਖਾਂ, ਸਾਨੂੰ ਸਿੱਖ ਕਰਕੇ ਵੋਟ ਪਾਓ, ਅਸੀਂ ਦਲਿਤ ਆ, ਸਾਨੂੰ ਦਲਿਤ ਕਰਕੇ ਵੋਟ ਪਾਓ, ਫਿਰ ਵੀ ਉਹ ਉਹੀ ਜੀ ਹੋ ਗਏ। ਜੇ ਉਹ ਜਾ ਕੇ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਆਹ ਦੇ ਦਾਂਗੇ, ਹੁਣ ਤੁਹਾਨੂੰ ਬੱਸ ਸਫ਼ਰ ਮੁਫਤ ਕਰ ਦਾਂਗੇ, ਫਲਾਣੀ ਚੀਜ਼ ਮੁਫਤ ਕਰ ਦਾਂਗੇ, ਫਿਰ ਵੀ ਉਹ ਉਹੀ ਜੀ ਹੋ ਗਏ ਵਾਅਦਿਆਂ ਦੇ ਗੱਲ ਕਰਨ ਵਾਲੇ। ਸੋ ਜੇ ਉਹ ਇਹ ਨਹੀਂ ਕਹਿੰਦੇ ਜਾ ਕੇ ਵੀ ਅਸੀਂ, ਕਿਉਂਕਿ ਪੰਜਾਬ ਦਾ ਜਿਹੜਾ ਹਾਲਤ ਹੈ ਮਾੜੀ ਹੈ, ਪਹਿਲਾਂ ਅਸੀਂ ਮੋਰਚੇ ਰਾਹੀਂ ਲੜਿਆ, ਹੁਣ ਅਸੀਂ ਲੜਾਂਗੇ ਕੇਂਦਰ ਨਾਲ ਦੂਜੀ ਤਰ੍ਹਾਂ ਸਿਆਸਤ 'ਚ ਆ ਕੇ, ਕਿਉਂਕਿ ਲੜਾਈ ਤਾਂ ਕੇਂਦਰ ਨਾਲ ਹੈ ਅਸਲ 'ਚ, ਸਾਰੇ ਹੱਕ ਤਾਂ ਕੇਂਦਰ ਨੇ ਲੈ ਰੱਖੇ ਨੇ। ਜੋ ਇਸ ਗੱਲ ਦੇ ਉੱਤੇ ਗੱਲ ਨਹੀਂ ਕਰਦੇ ਵਾਬਰ ਕੇ ਵੀ ਤਾਂ ਕੇਂਦਰ ਦੇ ਡਟ ਕੇ ਖਿਲਾਫ ਖੜੇ ਹੋਵਾਂਗੇ, ਫਿਰ ਉਹ ਨਵੀਂ ਸਿਆਸਤ ਕਿਵੇਂ ਹੋਈ? ਜੇ ਉਹ ਇਹ ਨਹੀਂ ਕਹਿੰਦੇ ਵੀ ਜਿਹੜਾ ਟੈਕਸ ਇਕੱਠਾ ਹੁੰਦਾ ਹੈ ਉਹਦੀ ਨਿਆਂ ਸੰਗਤ ਅਸੀਂ ਵੰਡ ਕਰਾਂਗੇ, ਫਿਰ ਉਹ ਕਿਵੇਂ ਦੂਜਿਆਂ ਤੋਂ ਵੱਖ ਹੋਏ? ਜੋ ਇਹ ਨਹੀਂ ਕਹਿੰਦੇ ਵੀ ਅਸੀਂ ਭਾਈ ਭਤੀਜਾ ਬਾਤ ਬਿਲਕੁਲ ਖਤਮ ਕਰਾਂਗੇ, ਕਹਿਣ ਕੀ ਹੈ ਜੀ, ਲਿਖਤੀ ਅਗਲੀ ਗੱਲ ਹੈ। ਕਿ ਜੇ ਉਹਨਾਂ ਦਾ ਜਿਹੜਾ ਮੈਨੀਫੈਸਟੋ ਐਕਸਪਲੇਨ ਨਹੀਂ ਕਰਦਾ ਕਿ ਸਿੱਖਿਆ ਅਸੀਂ ਕਿਵੇਂ ਦੇਵਾਂਗੇ, ਸਿਹਤ, ਜੇ ਉਹ ਇਹ ਨਹੀਂ ਕਹਿੰਦੇ ਬਈ ਭਾਈ ਪਿੰਡ ਦੇ ਲੋਕੋ ਭਾਈਚਾਰਾ ਰੱਖੋ ਆਪਣਾ, ਸਾਨੂੰ ਵੋਟ ਪਾਇਓ ਨਾ ਪਾਇਓ, ਆਪਦਾ ਭਾਈਚਾਰਾ ਨਾ ਟੁੱਟਣ ਦਿਓ, ਅਸੀਂ ਵੀ ਤੁਹਾਡੇ ਪਿੰਡ 'ਚ ਇੱਕ ਪਾਸੇ ਬੈਠਾਂਗੇ, ਆ ਕੇ ਸਾਨੂੰ ਸਵਾਲ ਕਰੋ, ਅਸੀਂ ਤੁਹਾਡੇ ਜਵਾਬ ਦੇਵਾਂਗੇ, ਫਿਰ ਤਾਂ ਨਵੀਂ ਸਿਆਸਤ ਨਾ ਹੋਈ ਨਾ। ਇੱਕ ਨਵੀਂ ਸਿਆਸਤ ਦਾ ਉਹ ਤਾਂ ਨਾਰਾ ਲੈ ਕੇ ਆਏ ਨੇ। ਉਹਨਾਂ ਦੇ ਜਿਹੜੇ ਪਿੱਛੇ ਸ਼ਕਤੀਆਂ ਨੇ, ਜਿਹੜੇ ਕਹਿੰਦੇ ਨੇ ਅਸੀਂ ਪੰਜਾਬ ਨੂੰ ਜੋੜਨਾ ਚਾਹੁੰਦੇ ਹਾਂ, ਉਹਨਾਂ ਨੇ ਵੀ ਉਹੀ ਨਾਰਾ ਦਿੱਤਾ ਵੀ ਅਸੀਂ ਤਾਂ ਜੋੜਨਾ ਚਾਹੁੰਦੇ ਹਾਂ। ਤੇ ਜੋੜਨ ਦਾ ਤਾਂ ਇਹੀ ਤਰੀਕਾ ਹੈ ਨਾ, ਇਹ ਤਾਂ ਜੋੜਿਆ ਤਾਂ ਹੀ ਜਾ ਸਕਦਾ ਹੈ। ਸੋ ਇਸ ਕਰਕੇ ਉਹ ਜਿਹੜਾ ਜੇ ਪੰਜਾਬ ਨੂੰ ਜੋੜਨਾ ਹੈ, ਫਿਰ ਤਾਂ ਉਹਨਾਂ ਨੂੰ ਕੋਈ ਸਮਝੌਤਿਆਂ ਦੀ ਤਾਂ ਗੱਲ ਸੋਚਣੀ ਵੀ ਨਹੀਂ ਚਾਹੀਦੀ।
ਜੇ ਉਹ ਸੋਚ ਰਹੇ ਨੇ ਤੇ ਫਿਰ ਰਵਾਇਤੀ ਸਿਆਸਤ ਕਰਨੀ ਹੈ, ਫਿਰ ਉਹ ਏ ਨੇ ਕਰਨੀ ਕਿ ਬੀ ਨੇ ਕਰਨੀ, ਕੋਈ ਬਹੁਤਾ ਫਰਕ ਪੈਂਦਾ ਨਹੀਂ ਹੈ। ਕਿਉਂਕਿ ਫਿਰ ਤਾਂ ਠੀਕ। ਤੁਸੀਂ ਐਨ ਪੂਰੀ ਜਮਾਂ ਹੀ ਇਸ 'ਚ ਆ ਗਏ ਨਾ ਵੀ ਆਪਾਂ ਸੀਟਾਂ ਜਿੱਤਣੀਆਂ ਨੇ, ਆਪਾਂ ਆਪਣੇ ਬੰਦੇ ਖੁਸ਼ ਕਰਨੇ ਨੇ, ਜਿਵੇਂ ਮਰਜ਼ੀ ਕਰ ਦਈਏ। ਫਿਰ ਤਾਂ ਜਿਵੇਂ ਮਰਜ਼ੀ 'ਚ ਇੱਕ ਹੱਦ ਹੁੰਦੀ ਹੈ, ਉਦੋਂ ਅੱਗੇ ਫਿਰ ਉਹ ਰੁਕਦੀ ਨਹੀਂ। ਜਦ ਤੁਸੀਂ ਇੱਕ ਵਾਰੀ ਬੰਨ ਸੁੱਬ ਟੁੱਟ ਗਿਆ ਨਾ, ਫਿਰ ਜਿੱਧਰ ਨੂੰ ਮਰਜ਼ੀ ਜਾਂਦਾ, ਫਿਰ ਕੋਈ ਰੋਕ ਨਹੀਂ ਹੁੰਦੀ ਤੁਹਾਡੇ ਤੇ। ਤੇ ਇਸ ਕਰਕੇ ਤਾਂ ਉਹਨਾਂ ਨੇ ਐਸਐਸਐਮ ਨੇ ਫੈਸਲਾ ਕਰਨਾ ਹੈ ਕਿ ਕੀ ਉਹਨਾਂ ਨੇ ਕੋਈ ਨਵੇਕਲੀ ਸਿਆਸਤ ਦੇਣੀ ਹੈ, ਜਾਂ ਉਹਨਾਂ ਨੇ ਜੋ ਸਿਆਸਤ ਦੀ ਦਲਦਲ ਇਹੀ ਜੀ ਹੈ, ਚੋਣ ਸਿਆਸਤ, ਸਿਆਸਤ ਉਹ ਪਹਿਲਾਂ ਵੀ ਕਰਦੇ ਨੇ। ਜੇ ਉਹ ਕਹਿੰਦੇ ਨੇ ਅਸੀਂ ਕਾਰਪੋਰੇਟ ਦੇ ਖਿਲਾਫ ਹਾਂ ਤਾਂ ਸਿਆਸਤ ਹੀ ਹੈ। ਜੇ ਉਹ ਕਹਿੰਦੇ ਨੇ ਵੀ ਇਹ ਬਿੱਲ ਕਾਨੂੰਨ ਕੇਂਦਰ ਨੂੰ ਬਣਾਉਣ ਦਾ ਹੱਕ ਹੀ ਨਹੀਂ ਸੀ ਤੇ ਉਹਨਾਂ ਨੇ ਗਲਤ ਬਣਾਏ ਨੇ, ਉਹ ਸਿਆਸਤ ਹੈ। ਜੇ ਉਹ ਕਹਿੰਦੇ ਨੇ ਕੁਦਰਤ ਪੱਖੀ ਖੇਤੀ ਹੋਣੀ ਚਾਹੀਦੀ ਹੈ, ਰੁਜ਼ਗਾਰ ਮਿਲਣੇ ਚਾਹੀਦੇ ਨੇ, ਸਾਡਾ ਖੇਤੀ ਦੇ ਵਿੱਚ ਉਜਾੜਾ ਹੋ ਰਿਹਾ ਹੈ, ਇਹ ਸਿਆਸਤ ਹੈ। ਸਵਾਲ ਹੈ ਜੇ ਉਹ ਕਹਿੰਦੇ ਬੈਂਕਾਂ ਦਾ ਕਰਜ਼ਾ ਤੁਸੀਂ ਵੱਡੇ ਵੱਡੇ ਧੰਨਾ ਸੇਠਾਂ ਦਾ ਕਰਜ਼ਾ ਮਾਫ ਕਰੀ ਜਾਂਦੇ ਹੋ ਤੇ ਸਾਡਾ ਜਿਹੜਾ ਲੱਖ ਸਵਾ ਲੱਖ ਜਾਂ ਪੂਰੇ ਮੁਲਕ ਦੇ ਕਿਸਾਨ 4-5 ਲੱਖ ਕਰੋੜ ਦਾ ਹੈ ਉਹ ਤੁਸੀਂ ਮਾਫ ਨਹੀਂ ਕਰ ਰਹੇ, ਇਹ ਸਿਆਸਤ ਹੈ। ਸਿਆਸਤ ਦਾ ਮੋੜਾ ਦੇਣ ਦੀ ਗੱਲ ਹੈ। ਪਰ ਜੇ ਹੁਣ ਉਹਨਾਂ ਨੇ ਸਿਆਸਤ ਉਹੀ ਕਰਨੀ ਹੈ ਭਾਈ ਭਤੀਜਾਵਾਦ ਨਾਲ, ਜਾਤ ਪਾਤ ਨਾਲ, ਧਰਮ ਨਾਲ, ਲੋਕਾਂ ਨੂੰ ਝੂਠੇ ਲਾਲਚ ਦੇ ਕੇ ਤੇ ਆਪਦੇ ਮੈਨੀਫੈਸਟੋ ਨੂੰ ਕਲੀਅਰ ਕਰਨ ਦੀ ਬਜਾਏ ਸਿਰਫ ਤੁੱਥ-ਮੁੱਥ ਕਰਕੇ ਵੀ ਸਿੱਖਿਆ ਬਰਾਬਰ ਹੋਵੇ, ਸਿਹਤ ਬਰਾਬਰ ਹੋਵੇ, ਹਰੇਕ ਨੂੰ ਮਿਲੇ, ਹਰੇਕ ਨੂੰ ਰੁਜ਼ਗਾਰ ਮਿਲੇ, ਇਹ ਤਾਂ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ। ਜੇ ਇਹੋ ਜਿਹਾ ਰਵਾਇਤੀ ਜਾਂ ਮੈਮੋਰੰਡਮ ਦੇ ਕੇ ਜਾਂ ਕਿਤੋਂ ਇੱਧਰ ਉੱਧਰੋਂ 4 ਲਾਈਨਾਂ ਲਾ ਕੇ ਵੀ ਅਸੀਂ ਆਹ ਵੀ ਕਰ ਦਾਂਗੇ, ਆਹ ਵੀ ਕਰ ਦਾਂਗੇ, ਫਿਰ ਤਾਂ ਮਤਲਬ ਮੈਨੂੰ ਲੱਗਦਾ ਨਹੀਂ। ਉਹਨੂੰ ਦੱਸਣਾ ਪਊ ਵੀ ਅਸੀਂ ਭ੍ਰਿਸ਼ਟਾਚਾਰ ਕਿਵੇਂ ਖਤਮ ਕਰਾਂਗੇ, ਅਸੀਂ ਮਾਫੀਆ ਰਾਜ ਕਿਵੇਂ ਖਤਮ ਕਰਾਂਗੇ, ਅਸੀਂ ਰੁਜ਼ਗਾਰ ਕਿਵੇਂ ਦੇਵਾਂਗੇ, ਉਹ ਐਕਸਪਲੇਨ ਕਰਨਾ ਪਊਗਾ ਆਪਦੇ ਮੈਨੀਫੈਸਟੋ 'ਚ ਵੀ ਅਸੀਂ ਆਹ ਤਰੀਕੇ ਨੇ ਜਿਹਦੇ ਨਾਲ ਅਸੀਂ ਕਰਾਂਗੇ। ਜਦ ਤਰੀਕੇ ਨਹੀਂ ਪਤਾ ਫਿਰ ਤਾਂ ਇਹ ਕਹਿਣਾ ਤਾਂ ਬੜਾ ਸੌਖਾ ਹੈ। ਇਹ ਤਾਂ ਕੈਪਟਨ ਨੇ ਵੀ ਕਿਹਾ ਸੀ, ਕਾਂਗਰਸ ਨੇ ਵੀ ਕਿਹਾ ਸੀ ਵੀ ਅਸੀਂ ਘਰ ਘਰ ਰੁਜ਼ਗਾਰ ਦਿਆਂਗੇ, ਅਕਾਲੀਆਂ ਨੇ ਕਿਹਾ ਸੀ ਅਸੀਂ 20 ਲੱਖ ਨੂੰ ਦਿਆਂਗੇ, 25 ਲੱਖ ਨੂੰ, ਆਪ ਵਾਲਿਆਂ ਨੇ ਕਿਹਾ ਸੀ ਅਸੀਂ 20 ਲੱਖ ਨੂੰ ਦਿਆਂਗੇ। ਅੱਜ ਤੱਕ ਬਲੂ ਪ੍ਰਿੰਟ ਤਾਂ ਕਿਸੇ ਨੇ ਦਿੱਤਾ ਨਹੀਂ ਆ। ਹਾਂਜੀ। ਕਾਂਗਰਸ ਨੇ ਕਿਹਾ ਸੀ ਵੀ ਅਸੀਂ ਮਾਫੀਆ ਰਾਜ ਖਤਮ ਕਰਾਂਗੇ, ਅੱਜ ਤੱਕ ਤਾਂ ਮਾਫੀਆ ਰਾਜ ਦੀ ਗੱਲ ਕਿਤੇ ਆਈ ਨਹੀਂ ਹੈ ਵੀ ਕਿਵੇਂ ਖਤਮ ਕਰਨਗੇ। ਕਾਂਗਰਸ ਨੇ ਕਿਹਾ ਸੀ ਅਸੀਂ ਬਿਜਲੀ ਦਾ ਕਰਾਂਗੇ, ਉਹ ਅੱਜ ਤੱਕ ਤਾਂ ਆਇਆ ਨਹੀਂ ਸੀ ਵੀ ਬਿਜਲੀ ਦਾ ਕੀ ਕਰਨਗੇ। ਸੋ ਇਸ ਕਰਕੇ ਸਾਨੂੰ ਜਿਹੜਾ ਵੀ ਮੈਨੀਫੈਸਟੋ ਬਣਾਉਣ ਇਹ, ਉਹਦੇ 'ਚ ਮੈਨੂੰ ਉਮੀਦ ਹੈ ਵੀ ਇਹ ਕਰਨਗੇ ਇੱਕ ਸਪਸ਼ਟ ਵੀ ਅਸੀਂ ਕਿਵੇਂ ਸ਼ੈਡਿਊਲਡ ਕਾਸਟਾਂ ਦੀ ਸਮੱਸਿਆਵਾਂ ਕਿਵੇਂ ਹੱਲ ਕਰਾਂਗੇ, ਅਸੀਂ ਸਿੱਖਿਆ ਜਿਹੜਾ ਨਿਗਾਰ ਆਇਆ ਸਕੂਲਾਂ ਸਰਕਾਰੀ 'ਚ ਪੜ੍ਹਾਈ ਹੋ ਨਹੀਂ ਰਹੀ ਉਹਦਾ ਕਿਵੇਂ ਹੱਲ ਕਰਾਂਗੇ, ਹਸਪਤਾਲਾਂ ਦੇ ਵਿੱਚ ਕਿਵੇਂ ਅਸੀਂ ਹੱਲ ਕਰਾਂਗੇ। 27 ਰੁਪਏ ਪਰ ਹੈਡ ਪੂਰੇ ਸਾਲ 'ਚ, 28 ਰੁਪਏ ਦੀ ਦਵਾਈ ਦਿੱਤੀ ਜਾ ਰਹੀ ਹੈ ਪੰਜਾਬ 'ਚ ਪੂਰੇ ਸਾਲ 'ਚ ਪ੍ਰਤੀ ਹੈਡ, 2 ਪੱਤੇ ਨਹੀਂ ਆਉਂਦੇ ਪੈਰਾਸੀਟਾਮੋਲ ਦੇ, ਉਹਦਾ ਅਸੀਂ ਕਿਵੇਂ ਹੱਲ ਕਰਾਂਗੇ। ਹਸਪਤਾਲਾਂ ਦੇ ਵਿੱਚ ਜਾ ਕੇ ਜਿਹੜੀ ਬਿੱਲ ਹੁੰਦੀ ਉਹਦਾ ਕੀ ਕਰਾਂਗੇ। ਤਹਿਸੀਲਾਂ 'ਚ ਜਿਹੜੀ ਪੂਰੀ ਰਿਸ਼ਵਤ ਦਾ ਐਨ ਬੋਰਡ ਵਾਲਾ ਤਹਿਸੀਲਾਂ ਔਰ ਥਾਣਿਆਂ 'ਚ, ਉਹਦਾ ਅਸੀਂ ਹੱਲ ਕੀ ਕਰਾਂਗੇ ਹੈ। ਤੇ ਫਿਰ ਉਹ ਅੱਗੋਂ ਉਹਨਾਂ ਦੇ ਹੱਥ 'ਚ ਡੰਡਾ ਹੈ, ਉਹ ਜਿਹਨੂੰ ਮਰਜ਼ੀ, ਜਿਵੇਂ ਹਰਿਆਣੇ 'ਚ ਆਪਾਂ ਦੇਖੇ ਸੀ, ਆ ਹੁਣ ਇੱਥੇ ਕੋਈ ਕਹਿੰਦੇ ਉਹ ਪਿਸ਼ਾਬ ਪਸ਼ੂਬ ਦੀ ਗੱਲ ਦੇ ਉੱਤੇ ਝਗੜਾ ਚੱਲੀ ਜਾ ਰਿਹਾ ਹੈ। ਸੋ ਜਿਹੜੇ ਐ ਰਿਐਕਟ ਕਰਕੇ ਗੱਲ ਕਰਨਗੇ। ਡਾਕਟਰ ਸਾਹਿਬ ਇੱਥੇ ਮੈਂ ਇੱਕ ਹੋਰ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਸਵਾਲ ਹੈ ਕਿ ਪਿਛਲੇ 2-3 ਦਿਨਾਂ ਦੇ ਵਿੱਚ ਇੱਕ ਅਜੀਬ ਜਿਹਾ ਵਰਤਾਰਾ ਦੇਸ਼ ਦੇ ਵਿੱਚ ਵਾਪਰਨ ਲੱਗਾ। ਅੰਬਾਲੇ ਦੇ ਵਿੱਚ ਇੱਕ ਚਰਚ ਦੇ ਉੱਪਰ ਹਮਲਾ ਹੋਇਆ ਤੇ ਯੂਪੀ ਦੇ ਵਿੱਚ ਧਰਮ ਸੰਸਦ ਹੋਈ ਹੈ ਜਿਹਦੇ ਵਿੱਚ ਇੱਕ ਖਾਸ ਧਿਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ। ਇਹ ਧਰੂਵੀਕਰਨ ਦੀ ਰਾਜਨੀਤੀ ਫੇਰ ਦੁਬਾਰਾ ਚੋਣਾਂ ਕਰਕੇ ਹੋ ਰਹੀ ਹੈ ਜਾਂ ਕੀ ਹੈ ਮਾਮਲਾ, ਇਹਦੇ ਪਿੱਛੇ ਕੀ ਦੇਖਦੇ ਹੋ ਤੁਸੀਂ? ਨਹੀਂ ਦੇਖੋ, ਜਿਹੜੀ ਤਾਂ ਰਾਜ ਕਰਦੀ ਪਾਰਟੀ ਹੈ ਉਹਦੀ ਤਾਂ ਧਰੂਵੀਕਰਨ, ਉਹਦਾ ਤਾਂ ਇਹਦੇ ਦਿਮਾਗ ਦਾ ਹਿੱਸਾ ਹੈ। ਉਹ ਤਾਂ ਮਨੂ ਸਿਮਰਤੀ ਉਹਨੂੰ ਕਹਿੰਦੀ ਹੈ ਵੀ ਧਰੂਵੀਕਰਨ ਕਰਕੇ ਚੱਲਣਾ ਹੈ ਤੇ ਜਾਤ ਪਾਤ ਨੂੰ ਥੱਲੇ ਕਰਨਾ ਹੈ, ਤੇ ਜਾਤ ਪਾਤ ਦਾ ਵੀ ਉਹਨਾਂ ਦਾ ਹੈਗਾ ਹਿੱਸਾ। ਉਹਦੇ ਤਾਂ ਕੋਈ ਦੋ ਰਾਏ ਨਹੀਂ ਹੈ, ਕੋਈ ਨਵੀਂ ਗੱਲ ਨਹੀਂ ਹੈ। ਉਹ ਤਾਂ ਸੰਯੁਕਤ ਕਿਸਾਨ ਮੋਰਚੇ ਕਰਕੇ ਥੋੜਾ ਜਿਹਾ ਦਬੇ ਹੋਏ ਸੀ ਵੀ ਇੱਧਰਲਾ ਪ੍ਰੈਸ਼ਰ ਹੈ। ਉਹ ਜਿਹੜਾ ਜਦ ਉਹ ਅੰਦੋਲਨ ਖਤਮ ਹੋ ਗਿਆ ਪ੍ਰੈਕਟੀਕਲੀ ਔਰ ਜਦ ਇਹ ਚੋਣਾਂ 'ਚ ਪਾਰਟੀਸਪੇਟ ਕਰਨ ਲੱਗਿਆ ਉਹਨਾਂ ਦਾ ਇੱਕ ਹਿੱਸਾ, ਫਿਰ ਤਾਂ ਉਹਨੂੰ ਤਾਂ ਬਿਲਕੁਲ ਹੀ ਢੱਕ ਨਹੀਂ ਚੁੱਕਿਆ ਗਿਆ ਵੀ ਚੱਲ ਹੁਣ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਹੁਣ ਤਾਂ ਇਹ ਵੀ ਇਹੀ ਜਿਹੇ ਨੇ 22 ਜਾਂ 23 ਤਾਂ ਆ ਹੀ ਗਈਆਂ ਨਾ ਇੱਕ ਪਾਸੇ। ਹਾਂਜੀ ਹਾਂਜੀ। ਤੇ ਉਹਦੇ ਵਿੱਚ ਇਹ ਆਇਆ ਵੀ ਕਦਾ ਇੱਥੇ ਨਹੀਂ ਹੋਇਆ, ਗੁੜਗਾਉਂ ਦੇ ਵਿੱਚ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਜਾ ਕੇ ਕ੍ਰਿਸਮਸ ਡੇ ਦੇ ਉੱਤੇ ਇੱਕ ਪਾਸੇ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਮਾਨਯੋਗ ਨਰਿੰਦਰ ਮੋਦੀ ਜੀ ਵਧਾਈ ਦੇ ਰਹੇ ਨੇ ਕ੍ਰਿਸਮਸ ਦਿਨ ਦੇ ਉੱਤੇ, ਤੇ ਦੂਜੇ ਪਾਸੇ ਉਹ ਜਾ ਕੇ ਉਹ ਸਕੂਲ ਦੇ ਬੱਚਿਆਂ ਦਾ ਜੋ ਹਾਲ ਹੁੰਦਾ ਉੱਥੇ ਵੀ ਤੁਸੀਂ ਕ੍ਰਿਸਮਸ ਮਨਾ ਕਿਵੇਂ ਲਈ, ਉਹ ਸੀਗਾ। ਦੂਜੇ ਪਾਸੇ ਇੱਕ ਪਾਸੇ ਬਿੱਲ ਵਾਪਸ, ਕਾਨੂੰਨ ਵਾਪਸ ਲੈਣ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਕਰਿਆ। ਪਰ ਉਹੀ 25, 26, 27 ਇਹ ਜਿਹੜੇ ਪੋਹ ਦੀਆਂ, ਇਹਨਾਂ ਦੇ ਵਿੱਚ ਇੱਕ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਪੰਜਾਬ ਦੀਆਂ। ਪੂਰਾ ਮਹੀਨਾ ਜਿਹੜਾ ਇਹ ਕੁਰਬਾਨੀਆਂ ਦਾ ਹੈ, ਵੱਡੀਆਂ ਕੁਰਬਾਨੀਆਂ ਦਾ ਹੈ, ਉਹਦਾ ਤਾਂ ਨਾਂ ਤੱਕ ਨਹੀਂ ਉਸ ਤਰੀਕੇ ਨਾਲ ਲਿਆ ਜਾ ਰਿਹਾ। ਸੋ ਇਸ ਤਰੀਕੇ ਨਾਲ ਉਹ ਤਾਂ ਸਿੱਖਾਂ ਤੇ ਛੱਡਤਾ ਵੀ ਇਹੀ ਲੈਣ ਨਾ ਲੈਣ, ਉਹ ਦੇਸ਼ ਦੇ ਸ਼ਹੀਦ ਨੇ। ਉਹਨਾਂ ਨੇ ਕੌਮ ਵਾਸਤੇ, ਉਹਨਾਂ ਨੇ ਮਨੁੱਖਤਾ ਵਾਸਤੇ ਸ਼ਹੀਦੀਆਂ ਲਈਆਂ, ਉਹਨਾਂ ਨੇ ਕੋਈ ਆਪਦੇ ਵਾਸਤੇ ਨਹੀਂ ਲਈਆਂ। ਜੇ ਲਈਆਂ ਨੇ ਫਿਰ ਕੋਈ ਕਹਿੰਦਾ ਨਹੀਂ ਜੀ ਇਹਨਾਂ ਨੇ ਤਾਂ ਹਿੰਦੂਆਂ ਵਾਸਤੇ ਲਈਆਂ ਨੇ। ਇੱਕ ਮੈਂ ਕੱਲ ਪੜ੍ਹ ਰਿਹਾ ਸੀ ਵੀ ਇਹ ਸਾਡੀ ਹਿੰਦੂ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਲਈਆਂ ਨੇ। ਕੌਣ ਕਹਿੰਦਾ ਵੀ ਜਿਹੜੀਆਂ ਸ਼ਹੀਦੀਆਂ ਸੀ ਉਹ ਹਿੰਦੂ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਸੀ? ਉਹ ਤਾਂ ਜਿਹੜੀ ਗੁਰੂ ਤੇ ਅਰਜਨ ਦੇਵ ਜੀ ਦੀ ਸ਼ਹੀਦੀ ਸੀ
ਉਹ ਇਹ ਸੀ ਵੀ ਜੇ ਰਾਜੇ ਦਾ ਮੁੰਡਾ ਬਗਾਵਤ ਕਰਦਾ ਹੈ ਉਹਨੂੰ ਆਸ਼ੀਰਵਾਦ ਦੇਣਾ ਕੋਈ ਗੁਨਾਹ ਨਹੀਂ ਹੈ। ਜਿਹੜੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਸੀ ਉਹ ਇਹ ਸੀ ਵੀ ਪੰਡਤਾਂ ਨੂੰ ਪੰਡਤ ਬਣ ਕੇ ਰਹਿਣ ਦਾ ਅਧਿਕਾਰ ਹੈ। ਇਹ ਔਰੰਗਜ਼ੇਬ ਉਹਨਾਂ ਨੂੰ ਦਾ ਧਰਮ ਨਹੀਂ ਬਦਲੀ ਕਰ ਸਕਦਾ। ਜਿਹੜੀ ਸੀਗੀ ਬੱਚਿਆਂ ਦੀ ਸ਼ਹੀਦੀ ਉਹ ਜੰਗ 'ਚ ਸ਼ਹੀਦੀ ਸੀ। ਦੂਜੇ ਜਿਹੜੇ ਫੜ ਕੇ ਉੱਥੇ ਇਹ ਸੀ ਵੀ ਅਸੀਂ ਈਨ ਨਹੀਂ ਮੰਨਣੀ, ਈਨ ਨਹੀਂ ਮੰਨੇ ਅਸੀਂ ਸੂਬੇ ਦੀ। ਉੱਥੇ ਤਾਂ ਇੱਕ ਤਾਂ ਉਸੇ ਧਰਮ ਦੇ ਸੂਬੇ ਨੇ ਦੂਜੇ ਨੇ ਇਹ ਵੀ ਕਿਹਾ ਸੀ ਬਈ ਜਿਹੜਾ ਹੈ ਭਾਈ ਤੂੰ ਇਹ ਨਜਾਇਜ਼ ਕਰਦਾ, ਬੱਚਿਆਂ ਨਾਲ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਤਾਂ ਉੱਥੇ ਹਾਂ ਦਾ ਨਾਰਾ ਵੀ ਮਾਰਿਆ ਔਰ ਮਲੇਰਕੋਟਲਾ 'ਚ ਗੁਰਦੁਆਰਾ ਬਣਿਆ ਹੋਇਆ ਹਾਂ ਦੇ ਨਾਰੇ ਦਾ। ਹਾਂਜੀ ਸੋ ਹਾਂਜੀ ਇਸ ਕਰਕੇ ਆਪਾਂ ਨੂੰ ਇਹ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ, ਵਜ਼ੀਰ ਖਾਨ ਨੇ ਉਹਨਾਂ 'ਚ ਚਨਾਇਆ। ਸੋ ਇਹ ਜਿਹੜੀ ਦੂਜੀ ਸਿਆਸਤ ਤੁਸੀਂ ਕਹਿੰਦੇ ਹੋ ਚਰਚਾਂ ਤੇ ਹਮਲੇ ਕਰਨੇ, ਮੁਸਲਮਾਨਾਂ ਤੇ ਹਮਲੇ ਕਰਨੇ ਜਾਂ ਸ਼ਡਿਊਲਡ ਕਾਸਟਾਂ ਤੇ ਹਮਲੇ ਕਰਨੇ ਜਾਂ ਉਹਨਾਂ ਦੇ ਬਾਰੇ ਕਿਵੇਂ ਨਾ ਕਿਵੇਂ ਗੋਂਦਾਂ ਗੁੰਦਣੀਆਂ, ਈਵਨ ਸਿੱਖਾਂ ਤੇ ਮੈਂ ਤਾਂ ਕਹਾਂਗਾ ਜੇ ਸਿੱਖ ਜਿੰਨਾ ਚਿਰ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਅਸੀਂ ਕੇਸਾਧਾਰੀ ਹਿੰਦੂ ਹਾਂ ਉਹਨਾਂ ਚਿਰ ਕਿਸ ਸਿੱਖਾਂ ਤੇ ਵੀ ਹਮਲੇ ਕਰਨੇ ਇਹ ਤਾਂ ਉਹਨਾਂ ਦਾ ਇੱਕ ਪਾਰਟ ਹੈ। ਇਹਨੂੰ ਆਪਾਂ ਇਹ ਨਹੀਂ ਕਰ ਸਕਦੇ। ਉਹਨਾਂ ਦੀ ਸਿਆਸਤ ਹੈ, ਉਹ ਸਿਆਸਤ ਨੂੰ ਪਛਾੜਨ ਦੀ ਲੋੜ ਹੈ ਅਸਲ 'ਚ। ਉਹ ਕਦੀ ਚੋਣਾਂ ਵੇਲੇ ਨਹੀਂ ਪਛਾੜੀ ਜਾਂਦੀ, ਉਹ ਡੇ ਟੂ ਡੇ ਰੋਜ਼ਾਨਾ ਜੀਵਨ ਦੇ ਵਿੱਚ ਉਹਨੂੰ ਪਛਾੜਨਾ ਪਏਗਾ। ਤੁਹਾਡੇ ਮਨ 'ਚ ਜਿਹੜੇ ਤੁਹਾਡੇ ਜਵਾਕਾਂ ਦੇ ਮਨ 'ਚ ਜਿਹੜੇ ਤੁਹਾਡੇ ਨੌਜਵਾਨਾਂ ਦੇ ਦਿਮਾਗਾਂ ਦੇ ਵਿੱਚ ਬੰਬ ਭਰ ਰਹੀ ਹੈ ਉਹ ਸਿਆਸਤ, ਉਹਦੇ ਨਾਲ ਤੁਸੀਂ ਉਹਨਾਂ ਨੂੰ ਕ੍ਰਿਮੀਨਲ ਤਾਂ ਬਣਾ ਦੋਗੇ, ਉਹ ਚੰਗੇ ਸ਼ਹਿਰੀ ਨਹੀਂ ਬਣ ਸਕਦੇ। ਤੁਹਾਡੇ ਆਪਣੇ ਚੰਗੇ ਬੱਚੇ ਵੀ ਨਹੀਂ ਬਣ ਸਕਦੇ। ਤੁਹਾਡੀ ਪਾਲਣਾ ਸਮਾਜ ਦੇ ਵਿੱਚ ਚੰਗੇ ਕਿਰਦਾਰ ਨਾਲ ਨਹੀਂ ਰਹਿ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਬੰਬ ਫਿੱਟ ਹੋਇਆ ਪਿਆ। ਸੋ ਜਿਹਦੇ ਅੰਦਰ ਤੁਸੀਂ ਬੰਬ ਫਿੱਟ ਕਰਕੇ ਉਹਨੂੰ ਰੋਬਟ ਬਣਾਤਾ, ਉਹ ਤਾਂ ਸਿਆਸਤ ਚੱਲ ਰਹੀ ਹੈ, ਉਹਨੂੰ ਵਿਰੋਧ ਕਰਨ ਦੀ ਲੋੜ ਹੈ। ਹਾਂਜੀ ਹਾਂਜੀ ਡਾਕਟਰ ਸਾਹਿਬ, ਇਹਦੇ ਨਾਲੋਂ ਇੱਕ ਹੋਰ ਹਟ ਕੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਹੈ ਉਹ ਕਿਸਾਨ ਮਜ਼ਦੂਰ ਜਥੇਬੰਦੀ ਜਿਹੜੀ ਆ ਕਮੇਟੀ ਆ ਅੰਮ੍ਰਿਤਸਰ ਦੀ ਤੇ ਦੂਜੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਨਾਲ ਜਿਹੜਾ ਨਾ ਅੱਜ ਸਹਿਮਤੀ ਹੋ ਗਈ ਉਹਨਾਂ ਦੀਆਂ ਮੰਗਾਂ ਬਾਰੇ। ਤੇ ਇਸ ਤੋਂ ਜਿਹੜੀ ਹੈ ਕਿਸਾਨ ਮਜ਼ਦੂਰ ਸੰਮਤੀ ਉਹਨੇ ਕੱਲ ਤੋਂ ਜਿਹੜੇ ਰੇਲਾਂ ਰੋਕੀਆਂ ਸੀਗਾ ਉਹਨਾਂ ਦੇ ਰਸਤੇ ਸਵੇਰ ਤੋਂ ਖੋਲ ਦੇਣਗੇ। ਤੇ ਉਹਨਾਂ ਕਿਹਾ ਵੀ ਸਾਨੂੰ 4 ਤਰੀਕ ਨੂੰ ਮੁੱਖ ਮੰਤਰੀ ਨੇ ਦੁਬਾਰਾ ਫਿਰ ਸੱਦਿਆ ਵੀ ਉਸ ਸਮੇਂ ਦੌਰਾਨ ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਰੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੇ ਵਿੱਚ ਇਹ ਆ ਵੀ ਜਿੱਥੇ ਲੋਕਾਂ ਦੀ ਬਾਸਮਤੀ ਕਿਸਾਨਾਂ ਦੀ ਮਾਰੀ ਗਈ ਉਹਨਾਂ ਨੂੰ 17,000 ਮੁਆਵਜ਼ਾ ਦੇਣਾ। ਦੂਜੀ ਮੰਗ ਜਿਹੜੀ ਸੀਗੀ ਉਹਨਾਂ ਦੀ ਉਹ ਵੈਸੇ ਹੀ ਪਹਿਲਾਂ ਹੀ ਮੰਨੀ ਹੋਈ ਆ ਵੀ ਜਿਹਨਾਂ ਦਾ ਕਿਸਾਨ ਸੰਘਰਸ਼ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣਾ। ਇਸ ਤਰੀਕੇ ਦੀਆਂ ਮੰਗਾਂ ਸੀ। ਉਹ ਅੱਜ ਮੁੱਖ ਮੰਤਰੀ ਨੇ ਐਲਾਨ ਕਰਤਾ ਵੀ ਅਸੀਂ ਇਹਨਾਂ ਨੂੰ 4 ਤਰੀਕ ਤੱਕ ਲਾਗੂ ਕਰ ਦੇਵਾਂਗੇ। ਤੇ ਉਹਨਾਂ ਕਹਿਤਾ ਵੀ ਅਸੀਂ ਜਿਹੜਾ ਰੇਲਾਂ ਦੇ ਰਸਤੇ ਖੋਲ ਦੇਵਾਂਗੇ, ਫਿਰ 4 ਨੂੰ ਮਿਲਾਂਗੇ। ਇਹ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ ਇਹ ਮੈਂ ਇਸ ਡਿਵੈਲਪਮੈਂਟ ਨੂੰ ਇੱਕ ਲੈਵਲ ਤੇ ਚੰਗੀ ਸਮਝਦਾ ਕਿਉਂਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹਦੇ 'ਚ ਭਾਵੇਂ ਇਹ ਜਿਹੜੇ ਸੀਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਤਾਂ ਉਹਦੇ 'ਚ ਪਾਰਟਿਸਿਪੇਟ ਨਹੀਂ ਕਰਦੇ ਸੀਗੇ, ਪਰ ਜਿਹੜੇ ਉਗਰਾਹਾਂ ਗਰੁੱਪ ਸੀ ਉਹ ਪਾਰਟਿਸਿਪੇਟ ਕਰਦਾ ਸੀ। ਉਗਰਾਹਾਂ ਦੀ ਜਥੇਬੰਦੀ ਨਾਲ 17,000 ਵਾਲੇ ਮੁਆਵਜ਼ੇ ਦਾ ਤੇ ਬਲਕਿ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਵੀ 1000 ਕੇ 1,500 ਰੁਪਇਆ 17,000 ਦੇ ਮੁਕਾਬਲੇ ਦੇਣ ਦਾ, ਕਿਉਂਕਿ ਉਹਨਾਂ ਕੋਲ ਜ਼ਮੀਨ ਤਾਂ ਕੋਈ ਹੈ ਨਹੀਂ, ਉਹ ਤਾਂ ਕੋਈ ਖਰਾਬਾ ਨਹੀਂ ਦਿਖਾ ਸਕਦੇ। ਸੋ ਇਸ ਕਰਕੇ ਉਹਨਾਂ ਨੂੰ ਵੀ ਦੇਣ ਦਾ ਫੈਸਲਾ ਉਗਰਾਹਾਂ ਦੀ ਜਥੇਬੰਦੀ ਨਾਲ ਪਹਿਲਾਂ ਹੋ ਚੁੱਕਿਆ ਸੀ। ਹੁਣ ਇਹਨਾਂ ਨਾਲ ਇਹ ਹੋ ਗਿਆ ਵੀ ਅਸੀਂ ਲਾਗੂ ਵੀ ਛੇਤੀ ਕਰ ਦਾਂਗੇ। ਇਹ ਚੰਗੀ ਗੱਲ ਹੈ। ਦੋਨਾਂ ਜਥੇਬੰਦੀਆਂ ਦੀ ਇੱਕ ਭੂਮਿਕਾ ਹੈਗੀ ਹੈ ਇਹਦੇ 'ਚ। ਇਸੇ ਤਰ੍ਹਾਂ ਹੀ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਰੇਲਾਂ ਹੁਣ ਅਸੀਂ ਖਾਲੀ ਕਰ ਦਾਂਗੇ, ਉਹ ਵੀ ਠੀਕ ਹੈ। ਰੇਲਾਂ ਨਾਲ ਤਾਂ ਕੋਈ ਝਗੜਾ ਨਹੀਂ ਹੈਗਾ। ਰੇਲਾਂ ਨਾਲ ਤਾਂ ਅਸਲ ਸਟੇਟ ਨਾਲ ਝਗੜਾ ਸੀ। ਜੇ ਰਾਜ ਨਾਲ ਉਹਨਾਂ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਫਿਰ ਉਹ ਰੇਲਾਂ ਰੋਕਣ ਦਾ ਕੋਈ ਬਹੁਤਾ ਜ਼ਰੂਰੀ ਨਹੀਂ ਹੈ। ਉਹ ਜੇ ਸਟੈਪ ਉਹਨਾਂ ਨੇ ਲਿਆ ਮੈਂ ਇਹਨੂੰ ਕੋਈ ਗਲਤ ਨਹੀਂ ਸਮਝਦਾ। ਉਹਨਾਂ ਨੇ ਠੀਕ ਲਿਆ ਇਹ ਕਿ ਚਲੋ ਜੀ 4 ਤਰੀਕ ਤੱਕ ਅਸੀਂ ਉਡੀਕ ਕਰ ਲੈਂਦੇ ਹਾਂ। ਤੇ ਇਦਾਂ ਹੀ ਉਗਰਾਹਾਂ ਜਥੇਬੰਦੀ ਨੇ ਰੋਕੇ ਹੋਏ ਨੇ। ਹੁਣ ਕਿੰਨੇ DC ਦਫ਼ਤਰ ਘਰਾਓ ਕਰੇ ਹੋਏ ਨੇ, ਉਹ ਕਿੰਨਾ ਚਿਰ ਚੱਲਦੇ ਨੇ ਕਿਉਂਕਿ ਉਹਨਾਂ ਦਾ ਇਹ ਆ ਵੀ ਅਸੀਂ ਵਿੱਚ ਵਿਚਾਲੇ 'ਚ ਨਹੀਂ, ਤੁਸੀਂ ਲਾਗੂ ਕਰੋ ਪਹਿਲਾਂ। ਤੇ CM ਸਾਹਿਬ ਕਹਿ ਰਹੇ ਨੇ ਵੀ ਮੈਂ ਲਾਗੂ ਕਰਾ ਦੇਣੀਆਂ ਨੇ 4 ਤਰੀਕ ਤੱਕ। ਤੇ ਤਾਂ ਲਾਗੂ ਤਾਂ ਇਹੀ ਹੋਊਗਾ ਜਿੱਦੇ ਵੀ ਕੋਡ ਲਾਗੂ ਕਦ ਹੁੰਦਾ ਹੈ। ਇਹ ਲਾਗੂ ਤਾਂ ਉਸ ਲਾਗੂ ਦੇ ਨਾਲ ਹੈ। 2 ਲਾਗੂ ਨੇ, ਇੱਕ ਕੇਂਦਰ ਨੇ ਲਾਗੂ ਕਰਨਾ, ਕੁਛ ਇਹਨਾਂ ਨੇ। ਸੋ ਜੇ ਕੋਡ ਲਾਗੂ ਹੋ ਗਿਆ ਫਿਰ ਤਾਂ ਸਾਰਾ ਕੁਝ ਵਿੱਚ ਹੀ ਰਹਿ ਜਾਣਾ। ਮੇਰੇ ਖਿਆਲ ਕੋਡ ਤਾਂ ਸ਼ਾਇਦ 10 ਜਨਵਰੀ ਤੱਕ ਜਾਣ ਦੀ ਪੋਸੀਬਿਲਿਟੀ ਹੈ ਕਿਉਂਕਿ ਇਹ ਯੂਪੀ ਦੇ ਵਿੱਚ ਇੱਕ ਭਾਜਪਾ ਨੇ ਰੈਲੀ 10 ਜਨਵਰੀ ਦੀ ਰੱਖੀ ਹੈ। ਉਸ ਕਰਕੇ ਚੋਣ ਕਮਿਸ਼ਨ ਦੀਆਂ ਜੋ ਪਿਛਲੇ ਸਮੇਂ 'ਚ ਅਸੀਂ ਦੇਖਦੇ ਆ ਰਹੇ ਉਹਦੇ ਤੋਂ ਤਾਂ ਇਹੀ ਲੱਗਦਾ ਵੀ 10 ਤੋਂ ਬਾਅਦ ਹੀ ਚੋਣ ਜਾਬਤਾ ਲੱਗੇਗਾ ਲੱਗਦਾ। ਦੇਖੋ ਗੱਲ ਇਹ ਹੈ ਵੀ 10 ਤੋਂ ਬਾਅਦ ਵੀ ਲੱਗ ਸਕਦਾ ਹੈ। ਜੇ ਉਹਨੂੰ ਇਹ ਲੱਗੇ ਵੀ ਕਿਸੇ ਹੋਰ ਸੂਬੇ 'ਚ ਆਇਆ ਉਹ ਦੂਜੇ ਸੂਬਿਆਂ 'ਚ ਵੱਖਰੀ ਡੇਟ ਦੇ ਸਕਦਾ। ਇਹ ਤਾਂ ਕੋਈ ਹੈ ਨਹੀਂ ਵੀ ਸਾਰਿਆਂ 'ਚ ਇਕੱਠਾ ਦੇਵੇ ਨਾ। ਉਹ ਯੂਪੀ ਵਾਸਤੇ 10 ਜਨਵਰੀ ਠੀਕ ਹੈ, ਯੂਪੀ ਵਾਸਤੇ ਹੋ ਸਕਦਾ ਉਸ ਤੋਂ ਬਾਅਦ ਵੀ ਰੱਖੇ ਕਿਉਂਕਿ ਅਜੇ ਤਾਂ ਯੂਪੀ 'ਚ ਉਹਨਾਂ ਨੇ ਆਪਦੇ ਪੈਰ ਜਮਾਉਣੇ ਨੇ।
ਯੂਪੀ ਦੇ ਤਾਂ ਉਹਨਾਂ ਦਾ ਪ੍ਰੈਸਟੀਜ ਇਸ਼ੂ ਹੈ, ਉਹਨੂੰ ਲੇਟ ਕਰਕੇ ਉਹ ਜੋ ਮਰਜ਼ੀ ਕਰਾ ਸਕਦੇ ਨੇ, ਕਿਉਂਕਿ ਚੋਣ ਕਮਿਸ਼ਨ ਵੱਲੋਂ ਐਡਵਰਟਾਈਜ਼ਮੈਂਟ ਆਈ ਨਹੀਂ ਹੁੰਦੀ, ਉਹ ਪਹਿਲਾਂ ਇਹਨਾਂ ਦੇ ਬੰਦੇ WhatsApp ਤੇ ਪਾ ਦਿੰਦੇ ਨੇ, ਗਰੁੱਪਾਂ 'ਚ ਪਾ ਦਿੰਦੇ ਵੀ ਐਂ ਹੋ ਰਿਹਾ ਹੈ। ਉਹ ਤਾਂ ਪੇਪਰਾਂ ਦੀ ਗੱਲ ਆ ਜਾਂਦੀ ਹੈ ਵੀ ਡੇਟ ਫਲਾਣੀ ਨੂੰ ਪੇਪਰ NTA ਲੈ ਰਹੀ ਹੈ। ਸੋ ਇਸ ਕਰਕੇ ਉਹ ਤਾਂ ਅੱਜ ਕੱਲ੍ਹ ਸਰਕਾਰ ਦਾ ਤੇ ਉਸ ਦਾ ਕੋਈ ਫਰਕ ਨਹੀਂ ਰਿਹਾ। ਸਰਕਾਰ ਤੇ ਸਭ ਜਿਹੜੀਆਂ ਹੈਗੇ ਨੇ ਅਦਾਰੇ ਉਹ ਇੱਕੋ ਜੀ ਨੇ। RSS BJP ਦੇ ਬੰਦਿਆਂ ਨੂੰ ਸਭ ਪਹਿਲਾਂ ਹੀ ਪਤਾ ਹੁੰਦਾ ਵੀ ਆਹ ਹੋਣਾ। ਉਹ ਤਾਂ ਹੁਣ ਤਾਂ ਇਹ ਕਹਿਣ ਲੱਗ ਗਏ ਸੀ, ਮੈਂ ਆਪ ਇੱਕ ਚੈਨਲ ਦੇ ਉੱਤੇ ਬੈਸਟ ਬੰਦੇ ਨੂੰ ਕਹਿੰਦੇ ਸੁਣਿਆ ਕਿ ਜੀ ਸਾਡੀ ਗੱਲ ਹੋ ਗਈ, ਸੁਪਰੀਮ ਕੋਰਟ ਨੇ ਆਹ ਫੈਸਲਾ ਕਰਨਾ। ਜੇ ਅਗਲਾ ਬੈਠ ਕੇ ਉੱਤੇ ਕਹਿੰਦਾ ਵੀ ਸਾਡੀ ਗੱਲ ਹੋ ਗਈ, ਸੁਪਰੀਮ ਕੋਰਟ ਨੇ ਆਹ ਫੈਸਲਾ ਕਰਨਾ ਹੈ, ਇਹ ਤਾਂ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਐਂ ਵੀ ਹੋ ਸਕਦਾ। ਸੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਤਾਂ ਅੱਜ ਆਮ ਹੀ ਨੇ, ਇਹਨਾਂ ਨੂੰ ਨਾ ਆਪਾਂ ਦੇਖੀਏ। ਆਪਾਂ ਇਹ ਦੇਖਣਾ ਹੈ, ਮੈਂ ਜਿਹੜਾ ਕਹਿੰਦਾ ਵੀ 2 ਲਾਗੂ ਹੋਣੇ ਨੇ, ਇੱਕ ਇਹ ਫੈਸਲੇ, ਇੱਕ ਕੋਡ। ਉਹ 10 ਨੂੰ ਹੋਵੇ, 12 ਨੂੰ ਹੋਵੇ, 15 ਨੂੰ ਹੋਵੇ, 5 ਨੂੰ ਹੋਵੇ। ਇਹ ਫੈਸਲੇ ਵੀ 4 ਤੱਕ ਲਾਗੂ ਕਰਨ ਦੀ ਗੱਲ ਹੈ, ਦਿਨ ਤਾਂ 7 ਰਹਿ ਗਏ। ਹਾਂਜੀ ਹਾਂਜੀ ਹਾਂਜੀ। ਤੇ ਜੇ 7 ਦਿਨਾਂ ਦੇ ਵਿੱਚ ਸਰਕਾਰ ਏਡੀ ਤੇਜ਼ੀ ਨਾਲ ਸੱਚੀ ਮੁੱਚੀ ਲਾਗੂ ਕਰਨਾ ਚਾਹੇ, ਸਰਕਾਰ ਦੀ ਮਸ਼ੀਨਰੀ ਤਾਂ ਜਰਜਰੀ ਹੈ ਨਾ। ਹਾਂਜੀ, ਲਾਗੂ ਦਾ ਮਤਲਬ ਹੈ ਲੋਕਾਂ ਦੇ ਖਾਤੇ 'ਚ ਪੈਸੇ ਚਲੇ ਜਾਣਾ। ਲਾਗੂ ਦਾ ਮਤਲਬ ਤਾਂ ਇਹੀ ਹੁੰਦਾ ਨਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਆਪਾਂ ਦੇਖ ਲਾਂਗੇ। ਕਹਿੰਦਾ ਬਾਲ ਕਿੱਡੇ ਕਿੱਡੇ ਨੇ, ਕਹਿੰਦਾ ਜਜਮਾਨ ਜੀ ਅੱਗੇ ਆ ਜਾਣੇ ਨੇ। ਹਾਂਜੀ ਹਾਂਜੀ। ਸੋ ਇਸ ਕਰਕੇ ਇਹ ਆਪਣੇ ਸਾਹਮਣੇ ਆ ਜਾਣੇ 4 ਤਰੀਕ ਤੱਕ ਕੀ ਹੁੰਦਾ। ਹਾਂਜੀ ਹਾਂਜੀ। ਉਹਨਾਂ ਨੇ ਸਿਆਣਪ ਕਰੀਏ ਜਥੇਬੰਦੀ ਨੇ ਵੀ ਚਲੋ ਠੀਕ ਹੈ, ਤੁਸੀਂ 4 ਤੱਕ ਲਾਗੂ ਕਰਨਾ ਕਹਿੰਦੇ ਹੋ ਤੇ ਅਸੀਂ 4 ਤੱਕ ਆਪਣੇ ਚੁੱਕ ਲੈਣੇ ਰੇਲਾਂ ਦੇ ਧਰਨੇ। ਤਾਂ ਇਹ ਠੀਕ ਲੱਗਦਾ। ਠੀਕ ਹੈ। ਸੋ ਡਾਕਟਰ ਸਾਹਿਬ, ਸਾਡੇ ਇਹ ਸ਼ੋਅ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਸਾਡਾ ਇਹ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਬਹੁਤ ਬਹੁਤ ਸ਼ੁਕਰੀਆ।